ਸਾਹਿਬ ਜੀ। ਤੇਰਾ ਕੀਤਾ ਜਾਤੋ ਨਾਹੀ, ਐਨੋ ਜੋਗ ਇਤੋਈ। ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਰਸ ਪਿਆ ਮੇਹ ਰਾਮ ਤੋਇ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਜੀਵੈ ਹਰਿਆ। ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਜੀਵੈ ਹਰਿਆ। ਹਉ ਆਇਆ ਦੂਰੋਂ ਚੱਲ ਕੇ ਮੈਂ ਤਕੀ ਤੋ ਸਰਨਾਏ ਜਿਉ। ਮੈਂ ਆਸਾ ਰੱਖੀ ਚਿਤ ਮੈਂ, ਮੇਰਾ ਸਭੋ ਦੁਖ ਗਵਾਏ ਜਿਉ। ਕੋ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਸਿਫਤ ਖਸਮਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਬਾਣੀ ਭਗਤਾਂ ਕੀ, ਤ੍ਰਿਲੋਚਨ ਦਾਤੀ ਲੈ ਲੰਕਾ। ਗੜ ਪਾਈ ਲੈ ਰਾਵਣ, ਪਨ ਸਲ ਬੇਸਲ ਆਨ ਤੋਖੀ ਲੈ ਹਰੀ। ਕਰਮ ਕਰ ਕਸੋਟੀ ਮਫੀਟ ਸ੍ਰੀ, ਪੂਰਬ ਲੋ ਕ੍ਰਿਤ ਕਰਮ ਨਾ ਮਿਟੈ। ਰੀ ਘਰ ਗਹਿਨ ਤਾਂਚੇ ਮੋਹੇ, ਜਾਪੀਐ ਲੈ ਰਾਮ ਚੇ ਨਾਮੰ। ਬਦਤ ਤਰਲੋਚਨ ਰਾਮ ਜੀ, ਦਾਦੀ ਲੈ ਲੰਕਾ। ਗੜ ਪਾਈ ਲੀਲੇ ਰਾਵਣ, ਬਨ ਸਲ ਬੇਸਲ ਆਨ ਤੋਖੀ ਲੈ ਹਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਵਾਹਿਮਾਨ ਹੋ ਰਹੀ ਗੁਰੂ ਕੀ ਸੰਗਤ, ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਕੀਰਤਨ ਦੇ ਰੂਪ ਦੇ ਅੰਦਰ, ਨਿਤਨੇਮ ਦੇ ਰੂਪ ਦੇ ਅੰਦਰ ਸਰਵਨ ਕਰਕੇ ਇਸ ਮਨੁੱਖਾ ਜਨਮ ਦੇ ਵੱਡੇ ਭਾਰੀ ਲਾਭ ਜੋ ਹਨ ਉਹ ਪ੍ਰਾਪਤ ਕੀਤੇ। ਇਸ ਵੇਲੇ ਸਤਿਗੁਰੂ ਕਿਰਪਾ ਕਰਕੇ ਸਾਨੂੰ ਇਹ ਲੜੀਵਾਰ ਜੋ ਕਥਾ ਹੈ, ਇਸ ਦੇ ਦੁਆਰਾ ਨਿਹਾਲ ਕਰਨ ਵਾਸਤੇ ਇਹ ਸਤਿਗੁਰਾਂ ਨੇ ਇਸ ਭਾਗਾ ਸਮਾਂ ਅੰਮ੍ਰਿਤ ਵੇਲੇ ਦਾ ਬਖਸ਼ਿਆ। ਸੋ ਆਓ
ਮਨ ਦੀਆਂ ਬਿਰਤੀਆਂ ਨੂੰ, ਮਨ ਦੇ ਧਿਆਨ ਨੂੰ ਟਿਕਾਈਏ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਮਹਾਰਾਜ ਸਾਹਿਬ ਜੀਆਂ ਦੇ ਬਚਨ ਨੇ। ਗਿਆਨ ਜਿਹੜਾ ਹੈ ਉਹ ਗੁਰੂ ਦਰ ਤੋਂ, ਗੁਰੂ ਸੰਗਤ ਵਿੱਚੋਂ ਪ੍ਰਾਪਤ ਹੁੰਦਾ। ਤੋ ਉਸ ਗਿਆਨ ਦੀ ਪ੍ਰਾਪਤੀ ਜਿਹੜੀ ਹੈ ਗੁਰੂ ਸ਼ਬਦ ਵਿੱਚੋਂ, ਗੁਰੂ ਸਿੱਖਿਆ ਵਿੱਚੋਂ ਪ੍ਰਾਪਤ ਹੁੰਦੀ ਹੈ। ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਨ ਕਰਕੇ ਲਾਹਾ ਪ੍ਰਾਪਤ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਬਾਣੀ ਭਗਤਾਂ ਕੀ ਤਰਲੋਚਨ। ਧਨਾਸਰੀ ਰਾਗ ਦਾ ਇਹ ਸ਼ਬਦ ਹੈ, ਭਗਤ ਤਰਲੋਚਨ ਜੀਆਂ ਨੇ ਉਚਾਰਿਆ। ਗੁਰਮੁਖੋ, ਭਗਤ ਤਰਲੋਚਨ ਜੀ ਦਾ ਸ਼ਬਦ ਇੱਕ ਹੀ ਹੈ ਧਨਾਸਰੀ ਰਾਗ ਦੇ ਵਿੱਚ। ਪਰ ਆਪਾਂ ਪਿਛਲੇ 4 ਦਿਨਾਂ ਤੋਂ ਇਸ ਦੀ ਕਥਾ ਜਿਹੜੀ ਹੈ ਉਹ ਸਰਵਣ ਤਾਂ ਕਰ ਰਹੇ ਹਾਂ ਕਿ ਇਸ ਸ਼ਬਦ ਦੀ ਇੱਕ ਇੱਕ ਪੌੜੀ ਜਿਹੜੀ ਹੈ ਉਹ ਆਪਾਂ ਸਰਵਣ ਕਰ ਰਹੇ ਹਾਂ। ਇੱਕ ਸ਼ਬਦ ਨੂੰ ਹੀ ਆਪਾਂ 5 ਦਿਨਾਂ ਵਿੱਚ ਸਰਵਣ ਕੀਤਾ ਹੈ। ਸ਼ਬਦ ਇੱਕ ਹੀ ਹੈ। ਤੋ ਇਸ ਦੇ ਵਿੱਚ ਭਗਤ ਤਰਲੋਚਨ ਜੀ ਜਿਹੜੇ ਨੇ ਉਹ 695 ਅੰਗ ਦੇ ਉੱਪਰ ਇਹ ਜਿਹੜਾ ਸ਼ਬਦ ਹੈ ਇਸ ਨੂੰ ਬਖਸ਼ਿਸ਼ ਕਰ ਰਹੇ ਹਨ। ਦਾਤੀਲੇ ਲੰਕਾ ਗੜ ਉਪਾੜੀ ਲੈ ਰਾਵਣ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਮਹਾਨ ਕਿਰਪਾ ਕਰਦੇ ਪਏ। ਭਗਤ ਤਰਲੋਚਨ ਜੀਆਂ ਦੀ ਘਰਵਾਲੀ ਨੂੰ ਬੱਚੇ ਦੀ ਪ੍ਰਾਪਤੀ ਨਹੀਂ ਹੈ ਤੇ ਉਹ ਬੱਚਾ ਘਰ ਵਿੱਚ ਪ੍ਰਾਪਤ ਨਾ ਹੋਣ ਕਰਕੇ ਕਈਆਂ ਦੇ ਨਾਲ ਝਗੜਾ, ਕਈਆਂ ਦੇ ਨਾਲ ਕੋਈ ਬਚਨ ਬਲਾਸ। ਪਰ ਭਗਤ ਜੀ ਸਮਝਾ ਰਹੇ ਨੇ ਵੀ ਇਹ ਕਰਮਾਂ ਦੀ ਦਾਤ ਹੈ। ਜੇ ਤੇਰੇ ਕਰਮਾਂ ਵਿੱਚ ਲਿਖਿਆ ਤੇ ਮਿਲ ਜਾਣਾ, ਕਰਮਾਂ 'ਚ ਨਹੀਂ ਲਿਖਿਆ ਤੇ ਮਿਲੇਗਾ ਨਹੀਂ। ਤੇ ਕਰਮ ਜਿਹੜੇ ਨੇ ਉਹ ਵੱਡਿਆਂ ਵੱਡਿਆਂ ਨੂੰ ਭੋਗਣੇ ਪਏ। ਫਿਰ ਉੱਥੇ ਇਹਨਾਂ ਨੇ 4 ਦ੍ਰਿਸ਼ਟਾਂਤ ਜਿਹੜੇ ਆਪਾਂ ਪਿੱਛੇ ਸਰਵਣ ਕੀਤੇ, 4 ਉਦਾਹਰਨਾਂ ਦਿੱਤੀਆਂ। ਇੱਕ ਉਦਾਹਰਨ ਦਿੱਤੀ ਹੈ ਚੰਦਰਮਾ ਦੀ। ਕਹਿਣ ਲੱਗੇ ਵੇਖ ਚੰਦਰਮਾ ਕਿੱਡਾ ਵੱਡਾ ਦੇਵਤਾ ਹੈ, ਪਰ ਉਹ ਵੀ 15 ਦਿਨ ਘਟਦਾ ਤੇ 15 ਦਿਨ ਵੱਧਦਾ ਹੈ। ਉਹ ਵੀ ਆਪਣਾ ਇੱਕ ਕਰਮ ਭੋਗਦਾ ਪਿਆ। ਕਰਮ ਭੋਗੇ ਬਿਨਾ ਉਹਦਾ ਛੁਟਕਾਰਾ ਨਹੀਂ ਹੋਇਆ। ਦੂਜੀ ਉਦਾਹਰਨ ਦਿੱਤੀ ਹੈ, ਕਹਿਣ ਲੱਗੇ ਅਰੁਣ ਨਾਮ ਦਾ ਜਿਹੜਾ ਸੂਰਜ ਦਾ ਇੱਕ ਭਾਈ ਹੈ, ਉਸਨੇ ਪਿਛਲੇ ਜਨਮ ਦੇ ਵਿੱਚ ਟਿੱਡੇ ਦੀਆਂ ਲੱਤਾਂ ਤੋੜੀਆਂ ਸਨ ਤੇ ਅਗਲੇ ਜਨਮ ਦੇ ਵਿੱਚ ਆਪਣੀਆਂ ਟੁੱਟੀਆਂ ਲੱਤਾਂ ਲੈ ਕੇ ਕੰਮ ਕਰਦਾ ਪਿਆ। ਸੂਰਜ ਉਹਦਾ ਭਾਈ ਜ਼ਰੂਰ ਹੈ, ਭਰਾ ਜ਼ਰੂਰ ਹੈ, ਪਰ ਸੂਰਜ ਵੀ ਆਪਣੇ ਭਰਾ ਦੀਆਂ ਲੱਤਾਂ ਠੀਕ ਨਹੀਂ ਕਰ ਸਕਿਆ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਕਿ ਜਿਹੜਾ ਗਰੁੜ ਹੈ ਭਗਵਾਨ ਵਿਸ਼ਨੂੰ ਜੀਆਂ ਦਾ ਸਾਧਨ ਹੈ ਆਉਣ ਜਾਣ ਵਾਲਾ, ਉਹਦਾ ਭਾਈ ਹੈ ਅਰੁਣ। ਅਤੇ ਗਰੁੜ ਵਰਗਾ ਦੇਵਤਾ ਜਿਹੜਾ ਹਰ ਵੇਲੇ ਵਿਸ਼ਨੂੰ ਭਗਵਾਨ ਦੇ ਕੋਲ ਰਹਿੰਦਾ, ਇਹਦੀਆਂ ਲੱਤਾਂ ਨਹੀਂ ਠੀਕ ਕਰ ਸਕਿਆ। ਅਤੇ ਸੂਰਜ ਜਿਹੜਾ ਹੈ ਆਪਣੇ ਰਥਵਾਈ ਦੀਆਂ ਲੱਤਾਂ ਠੀਕ ਨਹੀਂ ਕਰ ਸਕਿਆ। ਇਹ ਦੂਜੀ ਉਦਾਹਰਨ ਦਿੱਤੀ ਹੈ। ਕਾਰਨ ਇਹ ਹੈ ਵੀ ਉਹ ਆਪਣੇ ਕਰਮ ਭੋਗਦਾ ਪਿਆ। ਤੀਜਾ ਬਚਨ ਇਹ ਸਮਝਾਇਆ, ਕਹਿਣ ਲੱਗੇ ਵੀ ਸ਼ਿਵਜੀ ਵਰਗਾ ਇੱਕ ਵੱਡਾ ਦੇਵਤਾ ਹੈ, ਪਰ ਕਹਿਣ ਲੱਗੇ ਉਸਨੇ ਵੀ ਇੱਕ ਕਰਮ ਕੀਤਾ, ਬ੍ਰਹਮਾ ਦਾ ਸਿਰ ਵੱਢਿਆ। ਸਿਰ ਵੱਢਣ ਕਰਕੇ ਜਿਹੜਾ ਪਾਪ ਲੱਗਾ, ਉਸ ਪਾਪ ਤੋਂ, ਉਸ ਕਰਮ ਤੋਂ ਮੁਕਤ ਨਹੀਂ ਹੋ ਸਕਿਆ। ਸ਼ਿਵ ਜੀ ਵੀ ਉਹ ਕਰਮ ਭੋਗਦਾ ਪਿਆ ਹੈ। ਤੇ ਚੌਥੀ ਉਦਾਹਰਨ ਫਿਰ ਦਿੱਤੀ ਹੈ ਸਮੁੰਦਰ ਦੀ। ਕਹਿਣ ਲੱਗੇ ਵੇਖ ਸਮੁੰਦਰ ਕਿੰਨਾ ਵੱਡਾ ਹੈ, ਪਰ ਸਮੁੰਦਰ ਦਾ ਪਾਣੀ ਵੀ ਖਾਰਾ ਹੈ। ਉਹ ਆਪਣੇ ਪਾਣੀ ਨੂੰ ਮਿੱਠਾ ਨਹੀਂ ਕਰ ਸਕਿਆ, ਕਿਉਂਕਿ ਇੱਕ ਵੇਲੇ ਸਮੁੰਦਰ ਨੇ ਆਪਣੇ ਪਾਣੀ ਦੇ ਨਾਲ ਰਿਖੀ ਡੋਬ ਦਿੱਤੇ, ਸਾਧੂ ਸੰਤ ਡੋਬ ਦਿੱਤੇ ਪਾਣੀ ਵਿੱਚ, ਕੁਝ ਮਾਰ ਦਿੱਤੇ। ਉਹਨਾਂ ਰਿਖੀਆਂ ਨੇ ਸ਼ਰਾਪ ਦਿੱਤਾ ਵੀ ਤੇਰਾ ਪਾਣੀ ਖਾਰਾ ਹੀ ਰਹੇਗਾ, ਤੂੰ ਹੰਕਾਰੀ ਹੈ। ਅੱਜ ਤੱਕ ਉਹਦਾ ਪਾਣੀ ਕਹਿੰਦੇ ਖਾਰਾ ਹੈ। ਇਹ ਭਗਤ ਜੀ ਨੇ 4 ਉਦਾਹਰਨਾਂ ਦੇ ਕੇ ਸਮਝਾਇਆ। ਕਹਿਣ ਲੱਗੇ ਵੀ ਇਹ ਕਰਮ ਨੇ ਭੋਗਣੇ ਪੈਂਦੇ, ਵੱਡਿਆਂ ਵੱਡਿਆਂ ਨੂੰ ਭੋਗਣੇ ਪਏ। ਤੇ ਜੇ ਸਾਡੇ ਕਰਮਾਂ ਵਿੱਚ ਨਹੀਂ ਹੈ ਤੇ ਫਿਰ ਸਾਨੂੰ ਵੀ ਭੋਗਣਾ ਪਵੇਗਾ।
ਜਦੋਂ ਇਹ ਭਗਤ ਜੀਆਂ ਨੇ 4 ਉਦਾਹਰਨਾਂ ਦਿੱਤੀਆਂ ਤੇ ਉਸ ਵੇਲੇ ਭਗਤ ਤਲੋਚਨ ਜੀਆਂ ਦੀ ਘਰਵਾਲੀ ਸਮਝ ਗਈ ਵੀ ਇਹ ਮੇਰੇ ਕਰਮਾਂ ਦਾ ਫਲ ਹੈ, ਜੋ ਮੈਨੂੰ ਸੰਤਾਨ ਪ੍ਰਾਪਤ ਨਹੀਂ ਹੋਈ, ਬੱਚਾ ਪੁੱਤਰ ਪ੍ਰਾਪਤ ਨਹੀਂ ਹੋਇਆ, ਮੇਰੇ ਕਰਮਾਂ ਦੀ ਦਾਤ ਹੈ। ਜਦੋਂ ਇਸ ਬਚਨ ਨੂੰ ਸਮਝਿਆ, ਫਿਰ 5ਵੀਂ ਉਦਾਹਰਨ ਜਿਹੜੀ ਹੈ ਨਾ, ਉਹ ਭਗਤ ਤਰਲੋਚਨ ਜੀ ਇੱਕ ਹੋਰ ਦੇਣ ਲੱਗੇ। ਕਹਿਣ ਲੱਗੇ, ਲੈ 5ਵਾਂ ਵੀ ਤੈਨੂੰ ਇੱਕ ਇਤਿਹਾਸ ਸੁਣਾ ਦਈਏ, ਤੇਰੇ ਮਨ ਵਿੱਚ ਕੋਈ ਭਰਮ ਰਹਿ ਨਾ ਜਾਵੇ ਕਿ ਹੋਰ ਕਿਹਨੂੰ ਕਿਹਨੂੰ ਕਰਮ ਭੋਗਣਾ ਪਿਆ ਹੈ। ਫਿਰ ਇੱਥੇ ਉਹਨਾਂ ਨੇ ਹਨੂਮਾਨ ਦੀ ਇੱਕ ਉਦਾਹਰਨ ਵਰਤੀ ਹੈ। ਵੈਸੇ ਹਨੂਮਾਨ ਜੀਆਂ ਨੂੰ ਰਾਮ ਜੀ ਦਾ ਸਭ ਤੋਂ ਵੱਡਾ ਭਗਤ ਮੰਨਿਆ ਜਾਂਦਾ ਹੈ, ਪਰ ਇੱਥੇ ਇੱਕ ਹਨੂਮਾਨ ਦੀ ਵੀ ਕਹਾਣੀ ਸੁਣਾਉਣ ਲੱਗੇ ਵੀ ਕਰਮ ਤੇ ਉਹਨੂੰ ਵੀ ਭੋਗਣਾ ਪਿਆ ਹੈ, ਤੇ ਸਾਨੂੰ ਕਿਉਂ ਨਹੀਂ ਭੋਗਣਾ ਪਵੇਗਾ। ਫਿਰ ਇਹ ਸ਼ਬਦ ਦੀ ਇਹ ਪੌੜੀ ਬਖਸ਼ਿਸ਼ ਕਰਦੇ ਹਨ। ਦਾਤੀ ਲੈ ਲੰਕਾ ਗੜ ਉਪਾੜੀ ਲੈ ਰਾਵਣ। ਮਹਾਰਾਜ ਕਹਿਣ ਲੱਗੇ, ਦਾਦੀ ਲੈ ਲੰਕਾ ਗੜ। ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆ ਨਾ, ਗੁਰਬਾਣੀ ਵਿੱਚ ਜੇ ਵੱਡੀ ਪੰਕਤੀ ਹੈ ਤੇ ਵਿਸ਼ਰਾਮ ਆ ਜਾਂਦਾ, ਜੇ ਲੰਮੀ ਪੰਕਤੀ ਹੈ ਤੇ ਉਹਦੇ ਵਿੱਚ ਵਿਸ਼ਰਾਮ ਦੇ ਨਾਲ ਨਾਲ ਇੱਕ ਜਮਕੀ ਆਉਂਦੀ ਹੈ। ਜਮਕੀ ਤੋਂ ਭਾਵ ਹੁੰਦਾ ਥੋੜਾ ਜਿਹਾ ਖੜਨਾ, ਨਿੱਕਾ ਵਿਸ਼ਰਾਮ ਲਾਉਣਾ, ਤੇ ਫਿਰ ਜਿੱਥੇ ਫੁੱਲ ਸਟਾਪ ਹੈ ਉੱਥੇ ਪੂਰਾ ਖੜਨਾ ਤੇ ਫਿਰ ਅੱਗੇ ਪੰਕਤੀ ਨੂੰ ਪੜ੍ਹਨਾ। ਪਰ ਕਈ ਵਾਰ ਇਹ ਜਮਕੀਆਂ ਜਿਹੜੀਆਂ ਨੇ ਇੰਨੀਆਂ ਜ਼ਰੂਰੀ ਹੋ ਜਾਂਦੀਆਂ ਵੀ ਇਹਨਾਂ ਬਿਨਾਂ ਪਾਠ ਨਾ ਸ਼ੁੱਧ ਹੁੰਦਾ ਨਾ ਅਰਥ ਬਣਦਾ। ਜਿਵੇਂ ਹੁਣ ਆਪਾਂ ਇਹ ਪੰਕਤੀ ਪੜ੍ਹਦੇ ਪਏ ਹਾਂ, ਦਾਦੀ ਲੈ ਲੰਕਾ ਗੜ ਉਪਾੜੀ ਲੈ ਰਾਵਣ ਬਣ। ਜੇ ਆਪਾਂ ਇਸ ਤਰ੍ਹਾਂ ਪੜਾਂਗੇ ਸਾਨੂੰ ਸਮਝ ਵੀ ਲੱਗੇਗੀ, ਇਹਦੇ ਅਰਥ ਵੀ ਬਣ ਜਾਣਗੇ। ਜੇ ਅੱਗੇ ਪਿੱਛੇ ਤੀਰ ਤੁੱਕੇ ਮਾਰਦੇ ਰਹੇ, ਨਾ ਸਮਝ ਲੱਗਣੀ ਹੈ ਨਾ ਕੋਈ ਇਹਦਾ ਅਰਥ ਕਰ ਪਾਵਾਂਗੇ। ਤੋ ਇੱਥੇ ਬਚਨ ਆ ਗਿਆ, ਕਹਿਣ ਲੱਗੇ ਦਾਦੀ ਲੈ ਲੰਕਾ ਗੜ। ਲੰਕਾ ਦਾ ਜਿਹੜਾ ਕਿਲਾ ਹੈ ਗੁਰਮੁਖੋ ਸੋਨੇ ਦਾ ਹੈ, ਸੁਨਹਿਰੀ ਕਿਲਾ ਉਸਨੂੰ ਕਿਹਾ ਜਾਂਦਾ। ਪਰ ਕਹਿਣ ਲੱਗੇ ਇੱਕ ਸਮਾਂ ਇਹੋ ਜਿਹਾ ਆਇਆ, ਹਨੂਮਾਨ ਜੀਆਂ ਨੇ ਉਸ ਸੁਨਹਿਰੀ ਕਿਲੇ ਨੂੰ ਸਾੜ ਦਿੱਤਾ। ਦਾਦੀ ਤੋਂ ਭਾਵ ਹੈ ਸਾੜਨਾ, ਸਾੜ ਦਿੱਤਾ ਲੰਕਾ ਦਾ ਕਿਲਾ। ਇੱਥੇ ਹੀ ਬਸ ਨਹੀਂ, ਉਪਾੜੀ ਲੈ ਰਾਵਣ ਬਣ। ਰਾਵਣ ਨੇ ਜਿਹੜਾ ਬਾਗ ਲਾਇਆ ਹੋਇਆ ਉਹਨੂੰ ਵੀ ਪੱਟ ਦਿੱਤਾ। ਸਲ ਬਿਸਲ ਆਣ ਤੋਖੀ ਲੈ ਹਰੀ। ਭਗਵਾਨ ਰਾਮ ਜੀਆਂ ਦੀ ਮਦਦ ਕਰਨ ਵਾਸਤੇ ਜਦੋਂ ਇਹ ਬਚਨ ਭਗਤ ਤਰਲੋਚਨ ਜੀ ਨੇ ਆਖਿਆ ਤੇ ਉਸ ਵੇਲੇ ਘਰ ਵਾਲੀ ਭਗਤਨੀ ਨੇ ਪੁੱਛ ਹੀ ਲਿਆ, ਜੀ ਇਹ ਸਾਖੀ ਵੀ ਸੁਣਾਓ ਵੀ ਇਹ ਕਿਸ ਤਰ੍ਹਾਂ ਹੋਇਆ ਹੈ। ਉਸ ਵੇਲੇ ਫਿਰ ਉਹਨਾਂ ਨੇ ਇਤਿਹਾਸ ਸੁਣਾਇਆ। ਕਹਿਣ ਲੱਗੇ, ਇੱਕ ਵਾਰ ਸਮਾਂ ਇਹੋ ਜਿਹਾ ਆ ਗਿਆ ਕਿ ਰਾਵਣ ਜਿਹੜਾ ਹੈ ਉਹ ਸੀਤਾ ਨੂੰ ਚੁੱਕ ਕੇ ਲੰਕਾ ਦੇ ਵਿੱਚ ਲੈ ਗਿਆ। ਲੰਕਾ ਦੇ ਵਿੱਚ ਇੱਕ ਬਾਗ ਹੈ ਜਿਸ ਨੂੰ ਅਸ਼ੋਕ ਬਾਗ ਆਖਿਆ ਜਾਂਦਾ। ਇਹ ਬਾਗ ਰਾਵਣ ਨੇ ਲਵਾਇਆ, ਬੜਾ ਹੀ ਸੁੰਦਰ, ਬੜਾ ਹੀ ਸੋਹਣਾ ਬਾਗ ਹੈ। ਸਮਾਂ ਬਤੀਤ ਹੋਇਆ ਤੇ ਭਗਵਾਨ ਰਾਮ ਜੀਆਂ ਨੇ ਹਨੂਮਾਨ ਨੂੰ ਭੇਜਿਆ ਵੀ ਜਾਓ ਜਾ ਕੇ ਸੀਤਾ ਦੀ ਖਬਰ ਲੈ ਕੇ ਆਓ, ਤੇ ਨਾਲੇ ਉੱਥੋਂ ਦਾ ਲੰਕਾ ਦਾ ਮਾਹੌਲ ਚੰਗੀ ਤਰ੍ਹਾਂ ਵੇਖ ਕੇ ਆਉਣਾ, ਕਿਉਂਕਿ ਜੰਗ ਪੈਣਾ, ਸਾਨੂੰ ਕਈ ਤਰ੍ਹਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਇਹ ਬਚਨ ਮੰਨ ਕੇ ਫਿਰ ਹਨੂਮਾਨ ਜੀ ਗਏ। ਕਹਿਣ ਲੱਗੇ ਵੀ ਜਾ ਕੇ ਨਾ ਸਭ ਤੋਂ ਪਹਿਲਾਂ ਸੀਤਾ ਦੀ ਖਬਰ ਤੇ ਲਈ। ਜਿਹੜਾ ਅਸ਼ੋਕ ਬਾਗ ਸੀ ਉਹਦੇ ਵਿੱਚ ਜਾ ਕੇ ਇਹਨਾਂ ਨੇ ਉੱਥੋਂ ਕੁਝ ਫਲ ਫਰੂਟ ਜਿਹੜੇ ਛਕੇ, ਕੁਝ ਬਾਗ ਨੂੰ ਤੋੜ ਮਰੋੜ ਦਿੱਤਾ। ਤੇ ਮਾਲੀ ਨੇ ਜਾ ਕੇ ਫਿਰ ਸੁਨੇਹਾ ਦਿੱਤਾ ਰਾਵਣ ਨੂੰ ਵੀ ਆਪਣੇ ਬਾਗ ਦੇ ਵਿੱਚ ਕੋਈ ਬਾਹਰੋਂ ਵਿਅਕਤੀ ਆ ਗਿਆ ਜਿਹਨੇ ਸਾਰਾ ਬਾਗ ਉਜਾੜਿਆ ਹੈ। ਜਦੋਂ ਇਹ ਬਚਨ ਰਾਵਣ ਨੇ ਸੁਣਿਆ ਤੇ ਉਸਨੇ ਆਪਣਾ ਅਛ ਨਾਮ ਦਾ ਇੱਕ ਪੁੱਤਰ ਭੇਜਿਆ। ਆਪਾਂ ਬਚਨ ਪੜ੍ਹਦੇ ਆ ਨਾ, 1.25 ਲੱਖ ਪੂਤ, 1 ਲੱਖ ਪੂਤ 1.25 ਲੱਖ ਨਾਤੀ। ਆਪਣੇ ਪੁੱਤਰਾਂ ਦੇ ਵਿੱਚੋਂ ਰਾਵਣ ਨੇ ਇੱਕ ਪੁੱਤਰ ਨੂੰ ਭੇਜਿਆ, ਨਾਮ ਹੈ ਅਛ। ਕਹਿਣ ਲੱਗਾ, ਜਾ ਅਛ ਪੁੱਤਰ, ਆਪਣੇ ਬਾਗ ਨੂੰ ਕੌਣ ਉਜਾੜਦਾ ਪਿਆ, ਜਾ ਵੇਖ ਤੇ ਉਹਨੂੰ ਗ੍ਰਿਫਤਾਰ ਕਰਕੇ ਲਿਆ। ਅਛ ਨਾਮ ਦਾ ਪੁੱਤਰ ਤੇ ਚੱਲ ਪਿਆ। ਅੱਗੇ ਜਾ ਕੇ ਹਨੂਮਾਨ ਜੀ ਦੇ ਨਾਲ ਸਾਹਮਣਾ ਹੋਇਆ, ਆਪਸ ਵਿੱਚ ਦੋਨਾਂ ਦਾ ਜੰਗ ਹੋਇਆ ਤੇ ਜੰਗ ਦੇ ਵਿੱਚ ਰਾਵਣ ਦਾ ਇਹ ਪੁੱਤਰ ਮਾਰਿਆ ਗਿਆ। ਸਿਪਾਹੀਆਂ ਨੇ ਜਾ ਕੇ ਦੌੜ ਕੇ ਫਿਰ ਦੱਸਿਆ, ਕਹਿਣ ਲੱਗੇ ਜੀ ਤੁਹਾਡਾ ਪੁੱਤਰ ਤੇ ਮਾਰਿਆ ਗਿਆ, ਪਰ ਜਿਹਨੇ ਬਾਗ ਉਜਾੜਿਆ ਉਹ ਅਜੇ ਵੀ ਬਾਗ ਵਿੱਚ ਹੀ ਬੈਠਾ। ਉਸ ਵੇਲੇ ਰਾਵਣ ਨੇ ਫਿਰ ਆਪਣੇ ਸਭ ਤੋਂ ਵੱਡੇ ਪੁੱਤਰ
ਨੂੰ ਭੇਜਿਆ, ਨਾਮ ਹੈ ਮੇਘਨਾਦ। ਉਹਨੂੰ ਭੇਜਿਆ, ਇਹ ਬੜਾ ਸ਼ਕਤੀਸ਼ਾਲੀ ਹੈ। ਕਹਿਣ ਲੱਗਾ ਵੀ ਜਾ ਤੂੰ ਜਾ ਤੇ ਉਸ ਨੂੰ ਪਕੜ ਕੇ ਲੈ ਕੇ ਆ। ਦੂਜੀ ਵਾਰੀ ਮੇਘਨਾਥ ਆਇਆ ਵੱਡੀ ਫੌਜ ਲੈ ਕੇ। ਹਨੂਮਾਨ ਦੇ ਨਾਲ ਕੁਝ ਜੰਗ ਹੋਇਆ। ਇਸ ਨੇ ਕੋਈ ਬ੍ਰਹਮ ਅਸਤਰ, ਕੋਈ ਮੰਤਰ ਪੜ੍ਹਿਆ, ਜਿਹਦੇ ਕਰਕੇ ਇਹਨੇ ਹਨੂਮਾਨ ਨੂੰ ਗ੍ਰਿਫਤਾਰ ਕਰ ਲਿਆ। ਬੰਨ੍ਹ ਕੇ ਸਗਲਾਂ ਦੇ ਨਾਲ ਰਾਵਣ ਦੀ ਕਚਹਿਰੀ ਵਿੱਚ ਲੈ ਗਿਆ, ਜਿੱਥੇ ਕਚਹਿਰੀ ਲੱਗੀ ਹੋਈ, ਮੰਤਰੀ ਵਜ਼ੀਰ ਬੈਠੇ ਹੋਏ। ਜਦੋਂ ਹਨੂਮਾਨ ਜੀ ਨੂੰ ਬੰਨ੍ਹ ਕੇ ਲੈ ਕੇ ਗਏ ਤੇ ਉਸ ਵੇਲੇ ਰਾਵਣ ਨੇ ਪੁੱਛਿਆ, ਕਹਿਣ ਲੱਗਾ ਮੰਤਰੀਓ ਸਲਾਹ ਦਿਓ ਵੀ ਇਹ ਬੰਦੇ ਨੂੰ ਕੀ ਸਜ਼ਾ ਦਈਏ, ਜਿਹਨੇ ਸਾਡਾ ਬਾਗ ਉਜਾੜਿਆ, ਜਿਹਨੇ ਮੇਰਾ ਪੁੱਤਰ ਮਾਰਿਆ, ਇਹਨੂੰ ਸਜ਼ਾ ਕੀ ਮਿਲਣੀ ਚਾਹੀਦੀ ਹੈ। ਮੰਤਰੀਆਂ ਨੇ ਵੱਖਰੀ ਵੱਖਰੀ ਸਲਾਹ ਦਿੱਤੀ ਹੈ। ਕੋਈ ਆਖਦਾ ਵੀ ਇਹ ਸਜ਼ਾ ਦਈਏ, ਕੋਈ ਆਖਦਾ ਇਹ ਸਜ਼ਾ ਦਈਏ। ਜਦੋਂ ਸਾਰੇ ਜਾਣੇ ਸਜ਼ਾ ਦੇਣ ਦੀ ਸਲਾਹ ਦਿੰਦੇ ਪਏ ਤੇ ਹਨੂਮਾਨ ਆਪੇ ਹੀ ਬੋਲ ਪਿਆ, ਕਹਿਣ ਲੱਗੇ ਰਾਵਣ ਜੇ ਸਜ਼ਾ ਦੇਣੀ ਹੈ ਨਾ, ਮੇਰੀ ਪੂਛ ਦੇ ਉੱਪਰ ਬਹੁਤ ਜ਼ਿਆਦਾ ਰੂਈ ਬੰਨ੍ਹ ਕੇ ਉਹਦੇ ਉੱਪਰ ਤੇਲ ਲਾ ਕੇ ਤੇ ਇਹਨੂੰ ਅੱਗ ਲਾ ਦਿਓ। ਪੂਛ ਸੜੇਗੀ, ਮੈਨੂੰ ਦੁੱਖ ਹੋਵੇਗਾ। ਇਹ ਗੱਲ ਸੁਣ ਕੇ ਸਾਰੀ ਸਭਾ ਹੱਸ ਪਈ। ਉਸ ਵੇਲੇ ਸਾਰੇ ਵਜ਼ੀਰ ਹੱਸ ਪਏ ਵੀ ਇਹ ਬੰਦਾ ਆਪਣੇ ਆਪ ਨੂੰ ਸਜ਼ਾ ਦੇਣ ਦੀ ਗੱਲ ਆਪੇ ਹੀ ਕਰਦਾ ਪਿਆ, ਔਰ ਨਾਲੇ ਅਸੀਂ ਇਹਦਾ ਤਮਾਸ਼ਾ ਵੇਖਾਂਗੇ। ਸਭ ਤੋਂ ਜ਼ਿਆਦਾ ਦੁੱਖ ਜਿਹੜਾ ਹੈ ਨਾ ਬੰਦੇ ਨੂੰ, ਆਪਣੀ ਚਮੜੀ ਸੜਨ ਦਾ ਹੁੰਦਾ। ਚਮੜੀ ਦੇ ਸੜਨ ਦਾ ਦੁੱਖ ਹੱਡੀ ਦੇ ਟੁੱਟਣ ਨਾਲੋਂ ਵੀ ਜ਼ਿਆਦਾ ਹੈ। ਵਿਦਵਾਨਾਂ ਨੇ ਲਿਖਿਆ ਚਮੜੀ ਜਦੋਂ ਸੜਦੀ ਹੈ ਨਾ ਜਿਉਂਦੇ ਬੰਦੇ ਦੀ, ਇਹਦੇ ਵਰਗਾ ਦੂਜਾ ਦੁੱਖ ਕੋਈ ਨਹੀਂ ਹੈ। ਤੇ ਜੇ ਕੋਈ ਦੁੱਖ ਹੈ ਤਾਂ ਉਹ ਇਹ ਦੁੱਖ ਹੈ ਜਦੋਂ ਮਾਂ ਆਪਣੇ ਬੱਚੇ ਨੂੰ ਜਨਮ ਦਿੰਦੀ ਹੈ। ਇਹ ਦੁੱਖ ਬਰਾਬਰ ਹੀ ਗਿਣੇ ਨੇ ਵਿਦਵਾਨਾਂ। ਇੰਨਾ ਦੁੱਖ ਮਾਂ ਨੂੰ ਜਨਮ ਦੇਣ ਵੇਲੇ, ਇੰਨਾ ਦੁੱਖ ਬੰਦੇ ਦੀ ਚਮੜੀ ਸੜਨ ਵੇਲੇ ਹੁੰਦਾ। ਪਰ ਇਹ ਵਿਅਕਤੀ ਆਪ ਹੀ ਕਹਿ ਰਿਹਾ ਕਿ ਮੇਰੀ ਪੂਛ ਨੂੰ ਅੱਗ ਲਾ ਦਿਓ। ਰਾਵਣ ਨੇ ਉਸ ਵੇਲੇ ਆਪਣੇ ਨੌਕਰਾਂ ਨੂੰ ਹੁਕਮ ਦਿੱਤਾ, ਰੂਈ ਬੱਧੀ ਗਈ ਪੂਛ ਦੇ ਨਾਲ, ਅੱਗ ਲਾਈ ਗਈ। ਜਦੋਂ ਹਨੂਮਾਨ ਨੇ ਵੇਖਿਆ ਪੂਛ ਨੂੰ ਅੱਗ ਲੱਗ ਗਈ ਹੈ ਤੇ ਪੂਛ ਨੂੰ ਘੁਮਾਇਆ, ਇੱਧਰ ਉੱਧਰ ਨੂੰ, ਵਾਨਰ ਹੈ ਨਾ, ਕੋਈ ਨਾ ਕੋਈ ਸ਼ਰਾਰਤ ਤੇ ਕਰੇਗਾ। ਪੂਛ ਘੁਮਾਈ ਇੱਧਰ ਉੱਧਰ, ਜਿਹੜੇ ਉਹਦੇ ਮੰਤਰੀ ਬੈਠੇ ਸਨ, ਕਿਸੇ ਦੀ ਦਾੜੀ ਸੜ ਗਈ, ਕਿਸੇ ਦੇ ਕੱਪੜੇ ਸੜ ਗਏ। ਉਹਨਾਂ ਨੂੰ ਦੁੱਖ ਦੇ ਕੇ ਤੇ ਫਿਰ ਛਾਲ ਮਾਰ ਕੇ ਅਟਾਰੀ ਤੇ ਚੜ੍ਹ ਗਿਆ। ਇੱਕ ਅਟਾਰੀ ਤੋਂ ਦੂਜੀ ਅਟਾਰੀ, ਦੂਜੀ ਤੋਂ ਤੀਜੀ ਅਟਾਰੀ, ਤੇ ਸਾਰੀ ਲੰਕਾ ਨੂੰ ਅੱਗ ਲਾ ਦਿੱਤੀ। ਸਾਰੀ ਲੰਕਾ ਸੜ ਗਈ। ਵਚਨ ਵੀ ਆਪਾਂ ਪੜ੍ਹਦੇ ਹਾਂ ਇਤਿਹਾਸ ਦੇ ਵਿੱਚ ਵੀ ਹਨੂਮਾਨ ਨੇ ਲੰਕਾ ਨੂੰ ਸਾੜਿਆ ਹੈ, ਪਰ ਸਾੜਨ ਦਾ ਕਾਰਨ ਇਹ ਬਣਿਆ। ਮਹਾਰਾਜ ਕਹਿਣ ਲੱਗੇ ਦਾਦੀ ਲੈ ਲੰਕਾ ਗੜ। ਹਨੂਮਾਨ ਜੀ ਨੇ ਜਿਹੜੀ ਸੁਨਹਿਰੀ ਲੰਕਾ ਹੈ ਉਸ ਨੂੰ ਦਾਦੀ ਲੈ ਕੇ ਸਾੜਿਆ ਹੈ। ਪਰ ਇਸ ਲੰਕਾ ਦੇ ਵਿੱਚ ਹੀ ਘਰ ਵਿਭੀਖਣ ਦਾ, ਜਿਹੜਾ ਰਾਵਣ ਦਾ ਭਰਾ ਹੈ ਔਰ ਰਾਮਚੰਦਰ ਜੀ ਦਾ ਸੇਵਕ ਬਣ ਗਿਆ। ਰਾਮਚੰਦਰ ਜੀ ਦਾ ਸੇਵਕ ਜਾਣ ਕੇ ਵਿਭੀਖਣ ਦੇ ਘਰ ਨੂੰ ਕੁਛ ਨਹੀਂ ਆਖਿਆ, ਬਾਕੀ ਸਾਰੀ ਲੰਕਾ ਨੂੰ ਸਾੜਿਆ। ਦਾਦੀ ਲੈ ਲੰਕਾ ਗੜ, ਲੰਕਾ ਦੇ ਗੜ ਕਿਲੇ ਨੂੰ ਸਾੜਿਆ ਹਨੂਮਾਨ ਜੀ ਨੇ। ਉਪਾੜੀ ਲੈ ਰਾਵਣ ਬਣ, ਜਿਹੜਾ ਰਾਵਣ ਦਾ ਬਾਗ ਸੀ ਨਾ, ਅਸ਼ੋਕ ਬਾਗ, ਉਹ ਵੀ ਸਾਰਾ ਪੁੱਟ ਸੁੱਟਿਆ। ਕੁਝ ਖਾ ਲਿਆ, ਕੁਝ ਤੋੜ ਦਿੱਤਾ, ਦੁੱਖ ਦਿੱਤਾ ਜਾ ਕੇ। ਕਹਿਣ ਲੱਗੇ ਐਸੇ ਕੰਮ ਹਨੂਮਾਨ ਨੇ ਕੀਤੇ ਹਨ। ਸਲ ਬੇਸਲਾਨ ਤੋਖੀ ਲੈ ਹਰੀ। ਇਸੇ ਤਰ੍ਹਾਂ ਸਲ ਕਹੀਏ ਦੁੱਖ ਤੇ ਬਸਲ ਕਹੀਏ ਦੁੱਖਾਂ ਤੋਂ ਰਹਿਤ ਕਰਨ ਵਾਲੀ ਇੱਕ ਬੂਟੀ ਲਿਆ ਕੇ ਦਿੱਤੀ ਰਾਮਚੰਦਰ ਜੀਆਂ ਨੂੰ ਖੁਸ਼ ਕਰਨ ਵਾਸਤੇ। ਇੱਕ ਸਮਾਂ ਗੁਰਮੁਖੋ ਇਹੋ ਜਿਹਾ ਆਇਆ, ਜੰਗ ਲੱਗ ਗਿਆ ਰਾਮ ਜੀ ਦਾ ਤੇ ਰਾਵਣ ਦਾ। ਤੇ ਜੰਗ ਦੇ ਵਿੱਚ ਜਿਹੜਾ ਰਾਵਣ ਦਾ ਪੁੱਤਰ ਹੈ ਨਾ ਮੇਘਨਾਥ, ਇਹਨੇ ਇੱਕ ਬਰਸੀ ਲਈ ਹੋਈ ਸੀ, ਵਰ ਪ੍ਰਾਪਤ ਕੀਤਾ ਸੀ ਵੀ ਇਹ ਬਰਸੀ ਮੈਂ ਚਲਾਵਾਂਗਾ, ਜਿਹਦੇ ਵੱਜੇਗੀ ਉਹ ਮੂਰਛਿਤ ਹੋ ਜਾਏਗਾ, ਉਹ ਮਰ ਜਾਏਗਾ। ਤੇ ਜੰਗ ਦੇ ਵਿੱਚ ਲੜਦਿਆਂ ਲੜਦਿਆਂ ਉਹ ਮੇਘਨਾਥ ਨੇ ਜਦੋਂ ਬਰਸੀ ਚਲਾਈ ਤੇ ਉਹ ਬਰਸੀ ਜਾ ਕੇ ਨਾ ਸ਼ਸਤਰ ਤੇ ਲਛਮਣ ਨੂੰ ਵੱਜਾ ਤੇ ਲਛਮਣ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਿਆ। ਛੇਤੀ ਨਾਲ ਜੰਗ ਦੇ ਮੈਦਾਨ ਦੇ ਵਿੱਚੋਂ ਚੁੱਕ ਕੇ ਉਹਨੂੰ ਬਾਹਰ ਲੈ ਕੇ ਆਂਦਾ। ਹੁਣ ਇਸ ਨੂੰ ਬਚਾਇਆ ਕਿਵੇਂ ਜਾਵੇ? ਇੱਕ ਸੁਖੈਨ ਨਾਮ ਦਾ ਹਕੀਮ ਸੀ, ਹਕੀਮ ਦਾ, ਵੈਦ ਦਾ ਨਾਮ ਹੈ ਸੁਖੈਨ। ਉਹਨੂੰ ਬੁਲਾਇਆ ਗਿਆ, ਕਹਿਣ ਲੱਗੇ ਵੈਦ ਜੀ ਵੇਖੋ, ਰਾਮ ਜੀ ਦਾ ਪੁੱਤਰ, ਰਾਮ ਜੀ ਦਾ ਭਰਾ, ਇਹ ਜਿਹੜਾ ਲਛਮਣ ਹੈ ਬੇਹੋਸ਼ ਹੋ ਗਿਆ, ਮੂਰਛਿਤ ਹੋ ਗਿਆ। ਉਹਨੇ ਨਬਜ਼ ਆ ਕੇ ਵੇਖੀ ਹੈ। ਵੇਖਣ ਤੋਂ ਬਾਅਦ ਉਹਨੇ ਇੱਕ ਹੁਕਮ ਕੀਤਾ, ਕਹਿਣ ਲੱਗਾ ਵੀ ਇਹਦਾ ਬਚਾਅ ਕੇਵਲ ਇੱਕ ਤਰੀਕੇ ਨਾਲ ਹੋ ਸਕਦਾ, ਇੱਕ ਸੰਜੀਵਨੀ ਨਾਮ ਦੀ ਬੂਟੀ ਲਿਆਉਣੀ ਪਵੇਗੀ।
ਉਹ ਬੂਟੀ ਮਿਲੇਗੀ ਕਿੱਥੋਂ? ਸਿਪਾਹੀਆਂ ਨੇ, ਨੌਕਰਾਂ ਨੇ ਪੁੱਛਿਆ, ਜੀ ਇਹ ਸੰਜੀਵਨੀ ਬੂਟੀ ਦਾ ਜਿਹਦਾ ਤੁਸੀਂ ਜ਼ਿਕਰ ਕਰਦੇ ਪਏ, ਮਿਲੇਗੀ ਕਿੱਥੋਂ? ਤੇ ਵੈਦ ਨੇ ਦੱਸਿਆ ਵੀ ਉਹ ਜਿਹੜੀ ਬੂਟੀ ਹੈ ਨਾ, ਦਰੋਣਾ ਨਾਮ ਦਾ ਗਿਰ ਹੈ, ਦਰੋਣਾ ਗਿਰ ਤੋਂ ਮਿਲੇਗੀ। ਪਹਾੜੀ ਦਾ ਨਾਮ ਹੈ ਦਰੋਣਾ ਗਿਰ। ਕਿਉਂਕਿ ਵੈਦਾਂ ਨੂੰ ਪਤਾ ਹੁੰਦਾ ਨਾ, ਅੱਜ ਵੀ ਆਪਾਂ ਦਵਾਈ ਲੈਣ ਜਾਈਏ, ਕੋਈ ਨੁਸਖਾ ਲਿਖ ਦੇਣ ਆਪਾਂ ਨੂੰ, ਤਾਂ ਦੱਸ ਦੇਣਗੇ ਵੀ ਇਹ ਦਵਾਈ ਇੱਥੋਂ ਨਹੀਂ, ਇੱਥੋਂ ਮਿਲੇਗੀ। ਕਿਉਂਕਿ ਉਹਨਾਂ ਦਾ ਰੋਜ਼ ਵਾਹ ਪਿਆ ਰਹਿੰਦਾ ਇਹੋ ਜਿਹੇ ਕੰਮਾਂ ਦੇ ਨਾਲ। ਸੁਖੈਨ ਨਾਮ ਦੇ ਵੈਦ ਨੇ ਹੀ ਦੱਸਿਆ, ਕਹਿਣ ਲੱਗਾ ਵੀ ਇਹ ਬੂਟੀ ਮਿਲੇਗੀ ਦਰੋਣਾ ਗਿਰ ਤੋਂ। ਜੇ ਕੋਈ ਉੱਥੇ ਜਾ ਸਕਦਾ ਤੇ ਬੂਟੀ ਲੈ ਆਵੇ। ਉਹ ਬੂਟੀ ਆਵੇਗੀ ਤਾਂ ਇਹ ਲਛਮਣ ਦੀ ਜਾਨ ਬਚ ਸਕਦੀ ਹੈ, ਨਹੀਂ ਤੇ ਮਰ ਜਾਏਗਾ। ਜਦੋਂ ਇਹ ਬਚਨ ਆਖਿਆ ਨਾ ਵੈਦ ਨੇ, ਤੇ ਉਸ ਵੇਲੇ ਰਾਮ ਜੀ ਰੋਣ ਲੱਗ ਪਏ। ਰੋਵਹਿ ਰਾਮ ਨਿਕਾਲਾ ਭਇਆ, ਸੀਤਾ ਲਖਮਨ ਵਿਛੜ ਗਿਆ। ਰਾਮ ਜੀ ਰੋਂਦੇ ਨੇ, ਕਹਿਣ ਲੱਗੇ ਅੱਜ ਕੋਈ ਹੈ, ਕੋਈ ਮੇਰਾ ਸੂਰਮਾ, ਕੋਈ ਮੇਰਾ ਵਜ਼ੀਰ, ਕੋਈ ਮੇਰਾ ਮਦਦਗਾਰ, ਕੋਈ ਮੇਰਾ ਪ੍ਰੇਮੀ, ਜਿਹੜਾ ਅੱਜ ਬੂਟੀ ਲੈ ਕੇ ਆਵੇ ਤੇ ਮੇਰੇ ਭਰਾ ਨੂੰ ਜਿਉਂਦਾ ਕਰੇ। ਜਦੋਂ ਇਹ ਬਚਨ ਆਖਿਆ ਨਾ, ਬੜੇ ਦੁਖੀ ਹੋ ਗਏ। ਤੇ ਉਸ ਵੇਲੇ ਹਨੂਮਾਨ ਨੇ ਹੱਥ ਜੋੜ ਕੇ ਬੇਨਤੀ ਕੀਤੀ, ਕਹਿਣ ਲੱਗੇ ਰਾਮ ਜੀ ਜੇ ਮੈਨੂੰ ਆਗਿਆ ਦੇਵੋ, ਮੈਂ ਇਹ ਸੇਵਾ ਕਰਨ ਵਾਸਤੇ ਤਿਆਰ ਹਾਂ, ਮੈਂ ਸੰਜੀਵਨੀ ਬੂਟੀ ਲੈ ਆਵਾਂਗਾ। ਜਦੋਂ ਹਨੂਮਾਨ ਜੀਆਂ ਨੇ ਸੰਜੀਵਨੀ ਬੂਟੀ ਲਿਆਉਣ ਦੀ ਗੱਲ ਆਖੀ ਹੈ, ਰਾਮ ਜੀਆਂ ਨੇ ਉਸ ਵੇਲੇ ਵਰ ਬਖਸ਼ਿਆ। ਕਹਿਣ ਲੱਗੇ ਹਨੂਮਾਨ ਜੇ ਤੂੰ ਇਹ ਕੰਮ ਕਰ ਦੇਵੇਂ ਨਾ, ਸੰਜੀਵਨੀ ਬੂਟੀ ਲੈ ਆਵੇਂ, ਤੇ ਮੇਰਾ ਭਰਾ ਮੂਰਛਿਤ ਹੋਇਆ ਜਿਉਂਦਾ ਹੋ ਪਵੇ, ਮੈਂ ਤੈਨੂੰ ਸਰਬੰਸ ਦਾਨ ਕਰ ਦਿਆਂਗਾ। ਸਰਬੰਸ ਦਾਨ ਤੋਂ ਭਾਵ ਹੁੰਦਾ ਜੋ ਕੁਝ ਕੋਲ ਹੋਵੇ ਉਹ ਦੇ ਦੇਣਾ, ਮੈਂ ਤੈਨੂੰ ਉਹ ਚੀਜ਼ ਦੇ ਕੇ ਨਿਵਾਜਾਂਗਾ। ਕਹਿਣ ਲੱਗੇ ਹਨੂਮਾਨ ਜੀ ਚੱਲ ਪਏ। ਦਰੋਣਾ ਗਿਰ ਤੇ ਪਹੁੰਚ ਗਏ। ਜਦੋਂ ਪਹਾੜੀ ਦੇ ਵਿੱਚੋਂ, ਹੁਣ ਵੈਦ ਨੇ ਇਹ ਦੱਸਿਆ ਵੀ ਉਹ ਬੂਟੀ ਚਮਕਦੀ ਹੋਵੇਗੀ, ਉਹਦੀ ਚਮਕ ਦੂਜਿਆਂ ਨਾਲੋਂ ਵੱਖਰੀ ਹੋਵੇਗੀ, ਜਿਹੜੀ ਚਮਕਦੀ ਬੂਟੀ ਹੋਈ ਉਹ ਲੈ ਕੇ ਆ ਜਾਈ। ਜਦੋਂ ਹਨੂਮਾਨ ਪਹਾੜੀ ਤੇ ਪਹੁੰਚਾ ਤੇ ਕਹਿਣ ਲੱਗੇ ਰਾਵਣ ਨੇ ਇੱਕ ਆਪਣਾ ਦੂਤ ਭੇਜਿਆ, ਉਹ ਸਾਰੀਆਂ ਬੂਟੀਆਂ ਹੀ ਚਮਕਣ ਲਾ ਦਿੱਤੀਆਂ। ਨਿਸ਼ਾਨੀ ਇਹੋ ਹੀ ਹੈ ਕਿ ਬੂਟੀ ਚਮਕਦੀ ਹੋਵੇਗੀ, ਇਹਦੇ ਤੋਂ ਬਿਨਾਂ ਪਤਾ ਕੋਈ ਨਹੀਂ। ਬੂਟੀਆਂ ਸਾਰੀਆਂ ਚਮਕਦੀਆਂ ਪਈਆਂ। ਹੁਣ ਸੋਚਦਾ ਜੇ ਮੈਂ ਦੁਬਾਰਾ ਵਾਪਸ ਜਾਂਦਾ ਹਾਂ ਤੇ ਦੁਬਾਰਾ ਫਿਰ ਵਾਪਸ ਆਵਾਂਗਾ, ਇੰਨਾ ਸਮਾਂ ਲੱਗੇਗਾ ਵੀ ਲਛਮਣ ਨੇ ਬਚਣਾ ਨਹੀਂ, ਬੂਟੀ ਦਾ ਮੈਨੂੰ ਪਤਾ ਨਹੀਂ। ਕਿਉਂ ਨਾ ਹੋਵੇ ਮੈਂ ਪੂਰੀ ਪਹਾੜੀ ਚੁੱਕ ਕੇ ਲੈ ਜਾਵਾਂ, ਆਪੇ ਵੈਦ ਲੱਭ ਲਵੇਗਾ ਬੂਟੀ ਤੇ ਆਪੇ ਹੀ ਲਾ ਦੇਵੇ। ਇਹ ਗੱਲ ਮਨ ਵਿੱਚ ਸੋਚ ਕੇ ਹਨੂਮਾਨ ਨੇ ਉਹ ਪੂਰੇ ਦਾ ਪੂਰਾ ਪਹਾੜ ਹੀ ਚੁੱਕ ਲਿਆ ਆਪਣੇ ਹੱਥ ਦੇ ਉੱਪਰ, ਜਿਹਦੇ ਉੱਪਰ ਬੂਟੀ ਲੱਗੀ ਹੋਈ ਹੈ। ਤੇ ਪਹਾੜ ਚੁੱਕ ਕੇ ਜਿੱਥੇ ਜੰਗ ਹੁੰਦਾ ਪਿਆ ਲੰਕਾ ਦੇ ਵਿੱਚ, ਉੱਥੇ ਲੈ ਗਿਆ। ਕਈ ਯੋਜਨ ਜਿਹੜਾ ਹੈ ਵਿਦਵਾਨਾਂ ਨੇ ਜ਼ਿਕਰ ਕੀਤਾ ਵੀ ਕਈ ਯੋਜਨ ਦਾ ਉਹ ਫਾਸਲਾ ਸੀ, ਜਿੱਥੋਂ ਪਹਾੜੀ ਚੁੱਕਣੀ ਹੈ ਜਿੱਥੇ ਲੈ ਕੇ ਜਾਣੀ ਹੈ, ਜਾਂ ਆਪਾਂ ਕਹਿ ਲਈਏ ਕਈ ਹਜ਼ਾਰ ਕਿਲੋਮੀਟਰ ਦਾ ਉਹ ਸਫ਼ਰ ਸੀ ਜਿਹੜਾ ਤੈਅ ਕੀਤਾ। ਰੋਹ ਵਿਚਾਰ ਉਹ ਜਿਹੜੀ ਬੂਟੀ ਸੀ ਜਾ ਕੇ ਵੈਦ ਨੂੰ ਦਿੱਤੀ ਹੈ। ਵੈਦ ਨੇ ਬੂਟੀ ਪਛਾਣ ਕੇ ਉਹਨੂੰ ਰਗੜ ਕੇ ਉਹਦੀ ਦਵਾਈ ਬਣਾ ਕੇ ਜਿੱਥੇ ਜ਼ਖਮ ਹੋਇਆ ਸੀ ਨਾ ਲਛਮਣ ਦੇ, ਉਹ ਜ਼ਖਮ ਦੇ ਉੱਪਰ ਲਾਈ। ਬੂਟੀ ਨੇ ਅਸਰ ਕੀਤਾ। ਕਹਿਣ ਲੱਗੇ ਲਛਮਣ ਉਸ ਵੇਲੇ ਮੂਰਛਤ ਤੋਂ ਹੋਸ਼ ਵਿੱਚ ਆ ਗਿਆ, ਜਿਉਂਦਾ ਹੋ ਗਿਆ, ਗੱਲਾਂ ਬਾਤਾਂ ਕਰਨ ਲੱਗ ਪਿਆ। ਸਾਰੀ ਫੌਜ ਦੇ ਵਿੱਚ ਖੁਸ਼ੀ ਫੈਲ ਗਈ। ਸਾਰੀ ਫੌਜ ਵਿੱਚ ਇਹ ਰੌਲਾ ਪੈ ਗਿਆ ਵੀ ਰਾਮ ਜੀ ਦਾ ਭਰਾ ਬਚ ਗਿਆ ਹੈ। ਉਹ ਮੂਰਛਤ ਹੋਇਆ, ਉਸ ਨੂੰ ਹੋਸ਼ ਆ ਗਈ ਹੈ। ਪਰ ਕਹਿਣ ਲੱਗੇ ਇਹ ਸੇਵਾ ਕਿਹਨੇ ਕੀਤੀ ਹੈ? ਇਹ ਸੇਵਾ ਕੀਤੀ ਹਨੂਮਾਨ ਨੇ। ਸਲ ਬਿਸਲ ਆਨ ਤੋਖੀ ਲੈ ਹਰੀ। ਸਲ ਕਹੀਏ ਦੁੱਖ ਭਰਾ ਦੇ ਮਰ ਜਾਣ ਦਾ, ਪਰ ਉਸ ਦੁੱਖ ਨੂੰ ਹਨੂਮਾਨ ਨੇ ਬਿਸਲ ਕਹੀਏ ਦੂਰ ਕਰ ਦਿੱਤਾ, ਦੁੱਖ ਤੋਂ ਕੱਢ ਲਿਆ ਭਗਵਾਨ ਜੀ ਨੂੰ ਵੀ ਤੇਰੇ ਭਰਾ ਨੂੰ ਮਰਨ ਨਹੀਂ ਦਿੰਦੇ, ਮੈਂ ਬੂਟੀ ਲੈ ਆਉਂਦਾ। ਬੂਟੀ ਲਿਆ ਕੇ ਆਣ ਤੋਖੀ ਲੈ ਹਰੀ, ਹਰੀ ਰੂਪ ਜਿਹੜੇ ਰਾਮ ਨੇ ਉਹਨਾਂ ਨੂੰ ਜਿਸ ਵੇਲੇ ਉਹ ਬੂਟੀ ਦਿੱਤੀ, ਇਹ ਕਹਿਣ ਲੱਗੇ ਫਿਰ ਹਨੂਮਾਨ ਨੇ ਰਾਮ ਜੀ ਨੂੰ ਖੁਸ਼ ਕਰ ਲਿਆ ਆਪਣੇ ਉੱਪਰ। ਰਾਮ ਜੀ ਖੁਸ਼ ਹੋ ਗਿਆ ਹਨੂਮਾਨ ਤੇ ਵੀ ਤੂੰ ਮੇਰੇ ਭਰਾ ਨੂੰ ਬਚਾ ਲਿਆ। ਪਰ ਕਹਿਣ ਲੱਗੇ ਇਹ ਸਾਰੀਆਂ ਖੁਸ਼ੀਆਂ ਜਿਸ ਵੇਲੇ ਮਿਲੀਆਂ ਹਨ, ਕਰਮ ਕਰ ਕਸੌਟੀ ਮਫੀਟ ਸ੍ਰੀ। ਭਗਤ ਜੀ ਕਹਿਣ ਲੱਗੇ ਜਦੋਂ ਸਾਰੀ ਫੌਜ ਵਿੱਚ ਖੁਸ਼ੀ ਫੈਲ ਗਈ ਨਾ ਵੀ ਲਛਮਣ ਬਚ ਗਿਆ,
ਉਸ ਵੇਲੇ ਰਾਮਚੰਦਰ ਜੀ ਸਮੁੰਦਰ ਦੇ ਵਿੱਚ ਇਸ਼ਨਾਨ, ਤਲਾਬ ਦੇ ਵਿੱਚ ਕਿਤੇ ਇਸ਼ਨਾਨ ਕਰਦੇ ਪਏ ਸਨ ਤੇ ਹਨੂਮਾਨ ਨੇ ਸੋਚਿਆ ਕਿ ਮੈਂ ਇਹ ਖਬਰ ਜਾ ਕੇ ਰਾਮ ਜੀਆਂ ਨੂੰ ਦੱਸਾਂ, ਕਿਉਂਕਿ ਉਹਨਾਂ ਨੇ ਬਚਨ ਕੀਤਾ ਵੀ ਉਹ ਮੈਨੂੰ ਸਰਬੰਸ ਦਾਨ ਦੇਣਗੇ, ਮੈਂ ਆਪਣਾ ਮੂੰਹ ਮੰਗਿਆ ਵਰ ਉਹਨਾਂ ਕੋਲ ਲੈ ਲਵਾਂਗਾ। ਜਦੋਂ ਹਨੂਮਾਨ ਨੇ ਜਾ ਕੇ ਖਬਰ ਸੁਣਾਈ ਨਾ ਰਾਮ ਜੀਆਂ ਨੂੰ ਵੀ ਤੁਹਾਡਾ ਭਰਾ ਬਚ ਗਿਆ ਜੀ, ਉਹਨੂੰ ਹੋਸ਼ ਆ ਗਈ ਹੈ, ਉੱਠ ਕੇ ਬੈਠ ਗਿਆ, ਮੈਂ ਬੂਟੀ ਲੈ ਆਇਆ, ਮੈਂ ਤੁਹਾਡਾ ਕੰਮ ਫਤਿਹ ਕਰ ਦਿੱਤਾ। ਇਹ ਕਹਿਣ ਲੱਗੇ, ਉਸ ਵੇਲੇ ਰਾਮਚੰਦਰ ਜੀ ਇਸ਼ਨਾਨ ਕਰਨ ਤੋਂ ਬਾਅਦ ਵਿੱਚ ਆਪਣਾ ਲੰਗੋਟ ਉਤਾਰ ਕੇ ਤੇ ਉਸ ਨੂੰ ਨਿਚੋੜਦੇ ਪਏ ਸਨ ਤੇ ਤਣ ਦੇ ਉੱਪਰ ਹੋਰ ਕੋਈ ਕੱਪੜਾ ਨਹੀਂ, ਸੁੱਕਾ ਲੰਗੋਟ ਬੱਧਾ ਹੋਇਆ ਤੇ ਗਿੱਲਾ ਲੰਗੋਟ ਉਤਾਰ ਕੇ ਨਿਚੋੜਦੇ ਪਏ, ਇਸ਼ਨਾਨ ਕਰਕੇ ਬਾਹਰ ਨਿਕਲਦੇ ਪਏ। ਜਦੋਂ ਖਬਰ ਸੁਣਾਈ ਨਾ ਜਾ ਕੇ, ਉਸ ਵੇਲੇ ਰਾਮ ਜੀਆਂ ਨੇ ਉਹ ਆਪਣੇ ਹੱਥਾਂ ਦੀ ਲੰਗੋਟ ਜਿਹੜੀ ਸੀ ਨਾ ਨਿਚੋੜ ਦਾ ਕੱਪੜਾ, ਉਹ ਹੀ ਹਨੂਮਾਨ ਨੂੰ ਦਿੱਤਾ। ਕਹਿਣ ਲੱਗੇ, ਹਨੂਮਾਨ, ਜੇ ਅੱਜ ਮੈਂ ਯੁੱਧਿਆ ਦੇ ਸਿੰਘਾਸਣ ਤੇ ਬੈਠਾ ਹੁੰਦਾ ਨਾ, ਰਾਜ ਭਾਗ ਤੇ ਬੈਠਾ ਹੁੰਦਾ, ਜਿਹੜੀ ਤੂੰ ਮੈਨੂੰ ਖਬਰ ਸੁਣਾਈ ਹੈ, ਮੈਂ ਤੈਨੂੰ ਰਾਜ ਭਾਗ ਦੇ ਦੇਣਾ ਸੀ, ਪਰ ਤੇਰੇ ਕਰਮਾਂ ਵਿੱਚ ਰਾਗ ਭਾਗ ਨਹੀਂ, ਤੇਰੇ ਕਰਮਾਂ ਵਿੱਚ ਇਹ ਲੰਗੋਟ ਹੀ ਹੈ, ਕਿਉਂਕਿ ਲੰਗੋਟ ਤੋਂ ਬਿਨਾਂ ਤੂੰ ਕੱਪੜਾ ਕੋਈ ਪਾ ਹੀ ਨਹੀਂ ਸਕਦਾ। ਇਸ ਕਰਕੇ ਜਿਹੜਾ ਤੇਰੇ ਕਰਮਾਂ 'ਚ ਲਿਖਿਆ ਨਾ, ਤੂੰ ਲੰਗੋਟ ਹੀ ਬਣ ਸਕਦਾ, ਤੇ ਮੇਰੇ ਹੱਥਾਂ ਵਿੱਚ ਵੀ ਵੇਖ ਲਾ ਲੰਗੋਟ ਹੀ ਹੈ, ਮੈਂ ਉਹੀ ਨਿਚੋੜਦਾ ਪਿਆ ਸੀ। ਜੇ ਮੈਂ ਗਲ ਵਿੱਚ ਕੋਈ ਪੁਸ਼ਾਕ ਪਾਈ ਹੁੰਦੀ ਜਾਂ ਪੁਸ਼ਾਕ ਉਤਾਰਦਾ ਪਿਆ ਹੁੰਦਾ ਜਾਂ ਮੇਰੇ ਕੋਲ ਕੋਈ ਰਾਜ ਭਾਗ ਹੁੰਦਾ, ਮੈਂ ਅੱਜ ਹੀ ਤੈਨੂੰ ਸਭ ਕੁਝ ਦਿੰਦਾ, ਪਰ ਤੇਰੇ ਕਰਮਾਂ ਵਿੱਚ ਨਹੀਂ, ਤੇਰੇ ਕਰਮਾਂ ਵਿੱਚ ਇਹ ਲੰਗੋਟ ਹੈ, ਕਿਉਂਕਿ ਲੰਗੋਟ ਹੀ ਤੂੰ ਪਾ ਸਕਦਾ, ਉਹਦੇ ਬਿਨਾਂ ਕੱਪੜਾ ਕੋਈ ਨਹੀਂ ਪਾ ਸਕਦਾ। ਇਹ ਕਰਮਾਂ ਨੂੰ ਭੋਗਣਾ ਪੈਂਦਾ, ਹਨੂਮਾਨ ਇਹ ਮਿਟਦੇ ਨਹੀਂ। ਜਦੋਂ ਇਹ ਬਚਨ ਕੀਤਾ ਨਾ ਰਾਮ ਜੀਆਂ ਨੇ, ਹਨੂਮਾਨ ਨੇ ਸੁਣਿਆ ਤੇ ਸਾਖੀ ਸੁਣਾਉਂਦੇ ਪਏ ਭਗਤ ਤ੍ਰਿਲੋਚਨ ਦੀ ਆਪਣੀ ਘਰਵਾਲੀ ਨੂੰ। ਫਿਰ ਉਹਨਾਂ ਦੀ ਘਰਵਾਲੀ ਨੇ ਸਵਾਲ ਕੀਤਾ, ਕਹਿਣ ਲੱਗੇ, ਜੀ ਹਨੂਮਾਨ ਲੰਗੋਟ ਹੀ ਕਿਉਂ ਪਾਉਂਦਾ ਸੀ? ਆਪਾਂ ਅੱਜ ਵੀ ਟੈਲੀਵਿਜ਼ਨ ਤੇ ਵੇਖਦੇ ਉਹਨਾਂ ਨੂੰ ਉੱਡਦਾ ਵਿਖਾਉਂਦੇ ਨੇ, ਪਰ ਕੋਈ ਨਹੀਂ, ਨੰਗਾ ਹੀ ਹੁੰਦਾ ਗਲੋਂ। ਭਗਤਨੀ ਨੇ ਪੁੱਛਿਆ ਵੀ ਉਹ ਨੰਗਾ ਕਿਉਂ ਹੈ, ਕੱਪੜੇ ਕਿਉਂ ਨਹੀਂ ਪਾਉਂਦਾ? ਤੇ ਫਿਰ ਭਗਤ ਜੀਆਂ ਨੇ ਇੱਕ ਸਾਖੀ ਸੁਣਾਈ। ਕਹਿਣ ਲੱਗੇ, ਹਨੂਮਾਨ ਦਾ ਪਿਛਲਾ ਜਨਮ ਵੀ ਨਾ ਮਨੁੱਖ ਵਾਲਾ ਹੀ ਸੀ, ਮਨੁੱਖਾ ਜਨਮ ਹੀ ਪਿੱਛੇ ਮਿਲਿਆ, ਪਰ ਜਦੋਂ ਥੋੜਾ ਜਿਹਾ ਵੱਡਾ ਹੋਇਆ ਨਾ ਤੇ ਸੰਗਤ ਮਾੜੇ ਪੁਰਸ਼ਾਂ ਦੀ ਮਿਲ ਗਈ, ਉਹ ਸੰਗਤੀਆਂ ਦੇ ਵਿੱਚ ਪੈ ਗਿਆ, ਚੋਰਾਂ ਦੇ ਵਿੱਚ ਰਲ ਗਿਆ ਜਾ ਕੇ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਹੁਣ ਸੰਗਤ ਜਿਵੇਂ ਦੀ ਹੋਵੇਗੀ, ਰੰਗ ਤੇ ਉਵੇਂ ਦਾ ਹੀ ਲੱਗੇਗਾ। ਜੇ ਚੋਰਾਂ ਵਿੱਚ ਬੈਠੇਗਾ ਤੇ ਚੋਰੀ ਕਰਨੀ ਤੇ ਆਵੇਗੀ, ਆਪਣੇ ਆਪ ਹੀ ਦਾਅ ਪੇਚ ਸਿੱਖੇਗਾ। ਹਨੂਮਾਨ ਪਿਛਲੇ ਜਨਮ ਦੇ ਵਿੱਚ ਹੈ ਮਨੁੱਖ ਹੈ, ਪਰ ਸੰਗਤ ਚੋਰਾਂ ਦੀ ਵਿੱਚ ਪੈ ਗਿਆ, ਚੋਰਾਂ ਦੀ ਸੰਗਤ ਵਿੱਚ ਚੋਰੀ ਕਰਨੀ ਸਿੱਖ ਲਈ ਹੈ। ਕਿਸੇ ਤਲਾਬ ਦੇ ਕਿਨਾਰੇ ਬਹਿ ਜਾਣਾ, ਜਦੋਂ ਕਿਸੇ ਨੇ ਇਸ਼ਨਾਨ ਕਰਨ ਵਾਸਤੇ ਤਲਾਬ ਦੇ ਵਿੱਚ ਜਾਣਾ, ਉਹਦੇ ਕੱਪੜੇ ਚੁੱਕ ਭੱਜ ਜਾਣਾ, ਜਾਂ ਉਹਦੇ ਕੱਪੜਿਆਂ ਵਿੱਚੋਂ ਪੈਸੇ ਕੱਢ ਕੇ ਦੌੜ ਜਾਣਾ। ਇਹ ਰੋਜ਼ ਦਾ ਇਹ ਕੰਮ ਬਣ ਗਿਆ। ਇੱਕ ਦਿਨ ਇੱਕ ਮਹਾਤਮਾ ਨਾਮ ਦੇ ਰਸੀਏ, ਨਾਮ ਨੂੰ ਜਪਣ ਵਾਲੇ, ਪੂਰਨ ਬੰਦਗੀ ਵਾਲੇ ਲੰਘ ਰਹੇ ਸਨ ਤੇ ਉਹਨਾਂ ਨੇ ਵੇਖਿਆ ਵੀ ਪਾਣੀ ਦਾ ਤਲਾਬ ਬੜਾ ਸੋਹਣਾ, ਕਿਉਂ ਨਾ ਹੋਵੇ ਇੱਥੇ ਇਸ਼ਨਾਨ ਕਰ ਲਈਏ। ਤੇ ਮਹਾਤਮਾ ਇਸ਼ਨਾਨ ਕਰਨ ਵਾਸਤੇ ਆਪਣੇ ਕੱਪੜੇ ਜਿਹੜੇ ਸਨ ਬਾਹਰ ਸਰੋਵਰ ਦੇ ਕੰਢੇ ਤੇ ਉਤਾਰੇ ਤੇ ਆਪ ਪਾਣੀ ਦੇ ਵਿੱਚ ਇਸ਼ਨਾਨ ਕਰਨ ਚਲੇ ਗਏ। ਇਹ ਜਿਹੜਾ ਬੱਚਾ ਹੈ ਬਾਹਰ ਲੋਕੇ ਵੇਖਦਾ ਪਿਆ। ਜਦੋਂ ਇਹਨੇ ਵੇਖਿਆ ਵੀ ਹੁਣ ਮਹਾਤਮਾ ਦੇ ਅੰਦਰ ਚਲੇ ਗਏ ਨੇ, ਇਹ ਤੇ ਹੁਣ 5-7 ਮਿੰਟ ਲਾਉਣਗੇ ਤੇ ਇੰਨੇ ਚਿਰ ਨੂੰ ਮੈਂ ਇਹਨਾਂ ਦੇ ਕੱਪੜਿਆਂ ਵਿੱਚੋਂ ਤਲਾਸ਼ੀ ਕਰਕੇ ਤੇ ਮਾਇਆ ਕੱਢ ਲਵਾਂ। ਮਹਾਤਮਾ ਦੇ ਕੱਪੜੇ ਫਰੋਲਣ ਲੱਗ ਪਏ, ਵਿੱਚੋਂ ਜੇਬਾਂ ਦੇ ਵਿੱਚ ਹੱਥ ਪਾਉਣ ਲੱਗ ਪਏ ਪੈਸਾ ਕੱਢਣ ਵਾਸਤੇ। ਇੰਨੇ ਚਿਰ ਨੂੰ ਮਹਾਤਮਾ ਦੀ ਨਿਗਾਹ ਪੈ ਗਈ। ਉਹਨਾਂ ਨੇ ਆਵਾਜ਼ ਦਿੱਤੀ, ਕਹਿਣ ਲੱਗੇ ਵੀ ਕੌਣ ਹੈ ਭਾਈ, ਕਿਹੜਾ ਮੇਰੇ ਕੱਪੜਿਆਂ ਦੀ ਤਲਾਸ਼ੀ ਲੈ ਰਿਹਾ? ਜਦੋਂ ਮਹਾਤਮਾ ਬੋਲੇ ਤੇ ਡਰ ਗਿਆ। ਇਹਨੇ ਸੋਚਿਆ ਵੀ ਇੱਥੇ ਤਾਂ ਹੁਣ ਮੈਂ ਤਲਾਸ਼ੀ ਲੈ ਨਹੀਂ ਸਕਦਾ, ਕਿਉਂ ਨਾ ਹੋਵੇ ਮੈਂ ਕੱਪੜੇ ਹੀ ਚੁੱਕ ਕੇ ਭੱਜ ਜਾਵਾਂ, ਰਾਹ 'ਚ ਕਿਤੇ ਥਾਂ ਮਿਲੇਗਾ ਤੇ ਉੱਥੇ ਮੈਂ ਇਹਨਾਂ ਕੱਪੜਿਆਂ ਦੀ ਤਲਾਸ਼ੀ ਲੈ ਲਵਾਂਗਾ। ਉਹ ਜਿਹੜੇ ਕੱਪੜੇ ਸਨ ਇਸ ਬੱਚੇ ਨੇ ਚੁੱਕ ਲਏ ਤੇ ਚੁੱਕ ਕੇ ਦੌੜ ਪਿਆ। ਮਹਾਤਮਾ ਨੇ ਵੇਖਿਆ ਵੀ ਸਾਡੇ ਕੱਪੜੇ ਕੋਈ ਲੈ ਕੇ ਜਾਂਦਾ ਪਿਆ, ਉਹ ਛੇਤੀ ਨਾਲ ਪਾਣੀ ਦੇ ਤਲਾਬ ਦੇ ਵਿੱਚੋਂ ਬਾਹਰ ਆਏ। ਉਹਨਾਂ ਨੇ ਆ ਕੇ ਆਵਾਜ਼ਾਂ ਦਿੱਤੀਆਂ, ਕਹਿਣ ਲੱਗੇ, ਉਹ ਭਲਿਆ, ਮੇਰੇ ਕੱਪੜਿਆਂ ਵਿੱਚ ਕੁਝ ਪੈਸਾ ਨਹੀਂ ਹੈ, ਤੂੰ ਪੈਸੇ ਕਰਕੇ ਚੁੱਕ ਕੇ ਦੌੜਿਆ, ਇਹਨਾਂ ਵਿੱਚ ਪੈਸੇ ਨਹੀਂ, ਔਰ ਮੇਰੇ ਕੱਪੜੇ ਇੰਨੇ ਮਹਿੰਗੇ ਵੀ ਨਹੀਂ ਵੀ ਤੂੰ ਅੱਗੇ ਜਾ ਕੇ ਕੁਝ ਵੱਟ ਲਵੇਂਗਾ। ਇਹ ਤੇ ਮਾੜੇ ਮੋਟੇ ਕੱਪੜੇ ਤਣ ਢੱਕਣ ਵਾਸਤੇ, ਇੱਕ ਸਾਧੂ ਦੇ ਕੱਪੜਿਆਂ ਦਾ ਕੀ ਕਰਨਾ ਹੈ। ਜਦੋਂ 2-4 ਆਵਾਜ਼ਾਂ ਦਿੱਤੀਆਂ ਨਾ ਸਾਧੂ ਨੇ, ਪਰ ਇਸ ਬੱਚੇ ਨੇ ਕੋਈ ਨਹੀਂ ਸੁਣੀਆਂ। ਚੋਰ ਨੂੰ ਆਪਣੇ ਨਾਲ ਹੀ ਮਤਲਬ ਹੁੰਦਾ, ਦੌੜ ਗਿਆ, ਨਹੀਂ ਰੁਕਿਆ। ਮਹਾਤਮਾ ਨੂੰ ਗੁੱਸਾ ਆ ਗਿਆ,
ਕਹਿਣ ਲੱਗੇ ਉਹ ਪਾਪੀਆ, ਮੇਰੇ ਕੋਲ ਇਹੋ ਹੀ ਕੱਪੜੇ ਸਨ, ਹੋਰ ਕੋਈ ਨਹੀਂ। ਤੂੰ ਮੈਨੂੰ ਅੱਜ ਸਰੋਵਰ ਦੇ ਕੰਢੇ ਨੰਗਾ ਛੱਡ ਕੇ ਗਿਆ। ਮੇਰੇ ਲੱਕ ਦੇ ਨਾਲ ਇੱਕ ਲੰਗੋਟ ਬੱਧਾ ਹੋਇਆ, ਉਹਦੇ ਤੋਂ ਬਿਨਾਂ ਮੇਰੇ ਤਨ ਤੇ ਕੱਪੜਾ ਕੋਈ ਨਹੀਂ ਤੂੰ ਛੱਡਿਆ। ਕਹਿਣ ਲੱਗੇ ਸਮਾਂ ਇਹੋ ਜਿਹਾ ਆਵੇਗਾ, ਅਗਲੇ ਜਨਮ ਦੇ ਵਿੱਚ ਤੇਰੇ ਕੋਲ ਵੀ ਲੰਗੋਟ ਹੀ ਰਹੇਗਾ। ਤੂੰ ਭਾਵੇਂ ਰੱਬ ਦਾ ਕਿੱਡਾ ਵੱਡਾ ਭਗਤ ਬਣ ਜਾਈਂ, ਪਰ ਲੰਗੋਟ ਤੋਂ ਬਿਨਾਂ ਤੂੰ ਕੱਪੜਾ ਨਹੀਂ ਪਾਵੇਂਗਾ। ਜੇ ਤੂੰ ਪਾਉਣ ਦੀ ਕੋਸ਼ਿਸ਼ ਵੀ ਕਰੇਗਾ, ਉਹਨਾਂ ਕੱਪੜਿਆਂ ਤੋਂ ਤੈਨੂੰ ਇੰਨੀ ਜਲਨ ਮਹਿਸੂਸ ਹੋਇਆ ਕਰੇਗੀ ਜਿਵੇਂ ਚਮੜੀ ਨੂੰ ਅੱਗ ਲੱਗ ਜਾਂਦੀ ਹੈ। ਜਿਵੇਂ ਚਮੜੀ ਨੂੰ ਅੱਗ ਲੱਗੇ ਤੇ ਉਹ ਜਲਨ ਹੁੰਦੀ ਹੈ ਨਾ, ਤੈਨੂੰ ਇਸ ਤਰ੍ਹਾਂ ਲੱਗਿਆ ਕਰੇਗਾ, ਤੂੰ ਕੱਪੜੇ ਆਪੇ ਹੀ ਲਾ ਕੇ ਸੁੱਟਿਆ ਕਰੇਗਾ। ਕਹਿਣ ਲੱਗੇ ਪਿਛਲੇ ਜਨਮ ਦੇ ਵਿੱਚ ਇੱਕ ਬਾਲਕ ਨੇ ਇਹ ਕਰਮ ਕੀਤਾ ਤੇ ਸਾਧੂ ਦੇ ਮੂੰਹੋਂ ਨਿਕਲਿਆ ਵੀ ਇਹਦਾ ਫਲ ਤੈਨੂੰ ਮਿਲੇਗਾ। ਅਗਲਾ ਜਨਮ ਹਨੂਮਾਨ ਦਾ ਬਣਿਆ, ਅਗਲੇ ਜਨਮ ਦੇ ਵਿੱਚ ਰਾਮ ਜੀ ਦਾ ਸੇਵਕ ਬਣਿਆ। ਹਰ ਵੇਲੇ ਆਪਣੇ ਮੁਖ ਤੋਂ ਰਾਮ ਜੀ ਰਾਮ ਜੀ ਰਾਮ ਜੀ ਕਰਦਾ ਰਹਿੰਦਾ, ਪਰ ਗੁਰਮੁਖੋ ਕੀਤਾ ਹੋਇਆ ਕਰਮ ਨਹੀਂ ਮਿਟ ਸਕਿਆ। ਅਗਲੇ ਜਨਮ ਦੇ ਵਿੱਚ ਤੇਰੇ ਕੋਲ ਲੰਗੋਟ ਹੀ ਰਹੇਗਾ, ਲੰਗੋਟ ਤੋਂ ਬਿਨਾਂ ਕੱਪੜਾ ਪਾ ਨਹੀਂ ਸਕੇਗਾ। ਹਨੂਮਾਨ ਤੇ ਬਣ ਗਿਆ, ਭਗਤ ਤੇ ਬਣ ਗਿਆ, ਪਰ ਲੱਕ ਦੇ ਨਾਲ ਕੇਵਲ ਲੰਗੋਟ ਹੀ ਬੰਨ ਕੇ ਬੈਠਾ ਹੈ। ਲੰਗੋਟ ਤੋਂ ਬਿਨਾਂ ਕੋਈ ਕੱਪੜਾ ਨਹੀਂ ਸਾਰੀ ਉਮਰ ਪਹਿਨ ਸਕਿਆ। ਰਾਮ ਜੀਆਂ ਨੇ ਆਖਿਆ, ਕਹਿਣ ਲੱਗੇ ਹਨੂਮਾਨ ਜੇ ਬੂਟੀ ਲੈ ਕੇ ਆਵੇਂ ਸਰਬੰਸ ਦਾਨ ਕਰਾਂਗੇ, ਪਰ ਸਰਬੰਸ ਦਾਨ ਦੇ ਵਿੱਚ ਵੀ ਗੁਰਮੁਖੋ ਲੰਗੋਟ ਹੀ ਮਿਲਿਆ, ਉਹਦੇ ਤੋਂ ਬਿਨਾਂ ਕੁਝ ਨਹੀਂ ਮਿਲਿਆ, ਕਿਉਂਕਿ ਕਰਮਾਂ ਦੇ ਵਿੱਚ ਹੀ ਉਹ ਹੈ। ਇੰਨੀ ਵੱਡੀ ਸੇਵਾ ਕਰਕੇ ਲੰਗੋਟੀ ਪ੍ਰਾਪਤ ਹੋਈ ਹੈ। ਲੰਗੋਟ ਜਤ ਸਤ ਦੀ ਨਿਸ਼ਾਨੀ ਹੈ, ਬੜੀ ਵੱਡੀ ਦਾਤ ਹੈ, ਸਮੇਂ ਦੇ ਭਗਵਾਨ ਵੱਲੋਂ ਮਿਲੀ। ਮਹਾਰਾਜ ਕਹਿਣ ਲੱਗੇ ਇਹ ਜਿਹੜੇ ਬਚਨ ਨੇ ਇਹ ਸੱਚੇ ਬਚਨ, ਅਟਲ ਬਚਨ ਨੇ, ਕਰਮਾਂ ਦਾ ਫਲ ਇਸ ਤਰ੍ਹਾਂ ਭੁਗਤਣਾ ਪੈਂਦਾ ਹੈ। ਪੂਰਬ ਲੋ ਕ੍ਰਿਤ ਕਰਮ ਨਾ ਮਿਟੇ, ਕਰਮ ਕਰ ਕਸੌਟੀ ਮਫੀਟ ਸਰੀ। ਭਗਤ ਤਰਲੋਚਨ ਜੀ ਕਹਿ ਰਹੇ ਨੇ, ਕਹਿਣ ਲੱਗੇ ਭਗਤਨੀਏ ਵੇਖ, ਹਨੂਮਾਨ ਦਾ ਕਰਮ ਜਿਹੜਾ ਨਾ ਕਸੌਟੀ ਲੰਗੋਟ ਹੀ ਬਣਿਆ, ਲੰਗੋਟ ਤੋਂ ਬਿਨਾਂ ਕੁਝ ਨਹੀਂ ਪਹਿਨ ਸਕਿਆ। ਇਹ ਕਰਮਾਂ ਦੀ ਦਾਤ ਹੈ। ਭਗਤਨੀ ਲੜਦੀ ਹੈ ਨਾ, ਝਗੜਾ ਕਰਦੀ ਹੈ ਨਾ, ਮੇਰੇ ਘਰ ਵਿੱਚ ਬਚਾ ਕੋਈ ਨਹੀਂ ਹੈ, ਲੋਕ ਹੋਣ ਨਹੀਂ ਦਿੰਦੇ, ਜਾਂ ਕਈ ਤਰ੍ਹਾਂ ਦੇ ਮਨ ਵਿੱਚ ਵਿਚਾਰ ਆਉਂਦੇ। ਭਗਤ ਤਰਲੋਚਨ ਜੀ ਕਹਿਣ ਲੱਗੇ ਬਚਨ ਇਹ ਆ ਵੀ ਕੀਤਾ ਕਰਮ ਨਹੀਂ ਮਿਟਦਾ। ਆਪਾਂ ਤਾਂ ਇਨਸਾਨ ਹਾਂ, ਇੱਥੇ ਕੀਤਾ ਕਰਮ ਤੇ ਕਹਿਣ ਲੱਗੇ ਚੰਦਰਮਾ ਦਾ ਨਹੀਂ ਮਿਟਿਆ, ਚੰਦਰਮਾ ਨੂੰ ਵੀ ਵਧਣਾ 15 ਦਿਨ ਤੇ 15 ਦਿਨ ਘਟਣਾ ਪੈਂਦਾ, ਇਹ ਵੀ ਉਹਦਾ ਕਰਮ ਹੈ। ਕਹਿਣ ਲੱਗੇ ਅਰੁਣ ਨਾਮ ਦਾ ਇੱਕ ਬੱਚਾ ਹੈ ਜਿਹਨੇ ਪਿਛਲੇ ਜਨਮ ਦੇ ਵਿੱਚ ਟਿੱਡੇ ਦੀਆਂ ਲੱਤਾਂ ਤੋੜੀਆਂ, ਇਸ ਜਨਮ ਦੇ ਵਿੱਚ ਆਪਣੀਆਂ ਲੱਤਾਂ ਟੁੱਟੀਆਂ ਲਈ ਫਿਰਦਾ। ਸੂਰਜ ਵਰਗੇ ਦੇਵਤੇ ਦਾ ਡਰਾਈਵਰ ਹੈ, ਪਰ ਸੂਰਜ ਵਰਗਾ ਦੇਵਤਾ ਵੀ ਆਪਣੇ ਉਸ ਨੌਕਰ ਦੀਆਂ ਜਾਂ ਸੇਵਕ ਦੀਆਂ ਲੱਤਾਂ ਠੀਕ ਨਹੀਂ ਕਰ ਸਕਿਆ, ਉਹਦੇ ਕਰਮਾਂ ਦੀ ਨਿਸ਼ਾਨੀ ਹੈ। ਮਹਾਰਾਜ ਕਹਿਣ ਲੱਗੇ ਸ਼ਿਵ ਜੀ ਵਰਗਾ ਵੱਡਾ ਦੇਵਤਾ ਹੈ ਜਿਹੜਾ ਸਾਰਿਆਂ ਦੇ ਉੱਪਰ ਰਾਜ ਕਰਦਾ ਹੈ, ਪਰ ਕਹਿਣ ਲੱਗੇ ਜਿਹੜੀ ਕੁਪਾਲੀ ਦਾ ਨਿਸ਼ਾਨ, ਸਿਰ ਦਾ ਨਿਸ਼ਾਨ ਉਹਦੇ ਹੱਥ ਤੇ ਲੱਗਾ ਹੋਇਆ, ਉਸ ਸਿਰ ਦੇ ਨਿਸ਼ਾਨ ਨੂੰ ਦੂਰ ਨਹੀਂ ਕਰ ਸਕਿਆ। ਅਤੇ ਚੌਥਾ ਬਚਨ ਕਰਦੇ ਕਹਿਣ ਲੱਗੇ ਸਮੁੰਦਰ ਵੇਖੋ ਕਿੰਨਾ ਵੱਡਾ ਹੈ, ਪਰ ਸਮੁੰਦਰ ਨੇ ਇੱਕ ਵੇਲੇ ਰਿਖੀਆਂ ਸਾਧੂਆਂ ਦੀਆਂ ਝੌਂਪੜੀਆਂ ਡੋਬੀਆਂ ਤੇ ਕਈ ਸਾਧੂ ਮਾਰ ਦਿੱਤੇ। ਉਹਨਾਂ ਸਾਧੂਆਂ ਨੇ ਆਖਿਆ ਉਹ ਸਮੁੰਦਰਾ ਤੇਰਾ ਪਾਣੀ ਖਾਰਾ ਰਹੇਗਾ। ਉਹ ਆਪਣੇ ਕੀਤੇ ਕਰਮ ਨੂੰ ਅੱਜ ਤੱਕ ਭੋਗਦਾ ਪਿਆ ਹੈ। ਤੇ ਪੰਜਵੀਂ ਉਦਾਹਰਨ ਦਿੱਤੀ ਮਹਾਰਾਜ ਜੀਆਂ ਨੇ ਹਨੂਮਾਨ ਦੀ, ਕਹਿਣ ਲੱਗੇ ਵੇਖੋ ਹਨੂਮਾਨ ਨੇ ਕਿੰਨੀ ਸੇਵਾ ਕੀਤੀ, ਆਪਣੀ ਚਮੜੀ ਤੱਕ ਸਾੜ ਲਈ, ਆਪਣੀ ਪੂਛ ਤੱਕ ਸਾੜ ਲਈ, ਰਾਵਣ ਦੀ ਲੰਕਾ ਸਾੜ ਕੇ ਆ ਗਿਆ, ਸੀਤਾ ਦੀ ਖਬਰ ਲੈ ਕੇ ਆਇਆ ਹੈ, ਲక్ష్మణ ਦੇ ਵਾਸਤੇ ਸੰਜੀਵਨੀ ਬੂਟੀ ਲੈ ਕੇ ਆਇਆ ਹੈ, ਹਰ ਵੇਲੇ ਰਾਮ ਜੀ ਦੇ ਨਾਲ ਰਾਮ ਰਾਮ ਕਰਦਾ ਫਿਰਦਾ ਹੈ, ਪਰ ਕਹਿਣ ਲੱਗੇ ਕੀਤਾ ਹੋਇਆ ਕਰਮ ਤੇ ਉਹਦਾ ਵੀ ਨਹੀਂ ਮਿਟਿਆ। ਜਿਹੜਾ ਉਹ ਕੱਪੜੇ ਚੁੱਕਣ ਦਾ ਕੰਮ ਕੀਤਾ ਸੀ ਉਹ ਕਰਮ ਮਿਟਿਆ ਨਹੀਂ, ਹਨੂਮਾਨ ਬਣ ਕੇ ਨੰਗਾ ਹੋ ਕੇ ਦੁਨੀਆ ਤੇ ਤੁਰਿਆ ਫਿਰਿਆ, ਕੱਪੜਾ ਨਹੀਂ ਪਾ ਸਕਿਆ। ਇਹ ਭਗਤ ਤਰਲੋਚਨ ਜੀ ਸਮਝਾ ਰਹੇ, ਕਹਿਣ ਲੱਗੇ ਨਿੱਕੀਆਂ ਨਹੀਂ ਵੱਡੀਆਂ 5 ਉਦਾਹਰਨਾਂ ਦਿੱਤੀਆਂ, 5 ਬੰਦਿਆਂ ਦੀ ਉਦਾਹਰਨ ਦੇ ਕੇ ਤੈਨੂੰ ਅਸੀਂ ਸਮਝਾਉਂਦੇ ਹਾਂ ਵੀ ਕੀਤਾ ਹੋਇਆ ਕਰਮ ਮਿਟਦਾ ਨਹੀਂ, ਇਹਦਾ ਫਲ ਭੋਗਣਾ ਪੈਂਦਾ। ਇਹ ਬਖਸ਼ਿਸ਼ ਇੱਥੇ ਫਿਰ ਕਰਦੇ ਹਨ। ਪੂਰਬ ਲੋ ਕ੍ਰਿਤ ਕਰਮ ਨਾ ਮਿਟੇ, ਰੀ ਘਰ ਗਹਿਨ ਤਾਂ ਚੇ ਮੋਹੇ ਜਾਪੀ ਲੈ ਰਾਮ ਚੇ ਨਾਮੰ। ਭਗਤ ਤਰਲੋਚਨ ਜੀ ਬਚਨ ਕਰਦੇ ਪੂਰਬ ਲੋ ਕ੍ਰਿਤ ਕਰਮ ਨਾ ਮਿਟਾਈ ਰੀ ਘਰ ਗਹਿਨ।
ਇਹ ਘਰ ਦੀ ਘਰਵਾਲੀ, ਇਹ ਘਰਵਾਲੀ ਜਾਂ ਕਹਿ ਲਈਏ ਘਰ ਦੀ ਇਸਤਰੀਏ, ਪਿਛਲੇ ਕੀਤੇ ਹੋਏ ਕਰਮਾਂ ਦੇ ਭੋਗੇ ਤੋਂ ਬਿਨਾਂ ਮਿਟਿਆ ਨਹੀਂ ਜਾ ਸਕਦਾ। ਪੂਰਬਲੋ ਕ੍ਰਿਤ, ਪਿਛਲੇ ਜਨਮਾਂ ਦੀ ਜੋ ਵੀ ਕੰਮ ਕੀਤਾ ਹੈ, ਕਰਮ ਨਾ ਮਿਟੈ ਰੀ ਘਰ ਗੇਹਨ। ਇਹ ਘਰ ਨੂੰ ਸਾਂਭਣ ਵਾਲੀ ਘਰ ਦੀ ਇਸਤਰੀ, ਪਿਛਲੇ ਕੀਤੇ ਹੋਏ ਕਰਮਾਂ ਦੇ ਲੇਖ ਨੂੰ ਮਿਟਿਆ ਨਹੀਂ ਜਾ ਸਕਦਾ। ਇਸ ਕਰਕੇ ਤਾਂਚੇ ਮੋਹੇ ਜਾਪੀ ਅਲੇ ਰਾਮ ਚੇ ਨਾਮ, ਇਸ ਕਰਕੇ ਮੈਨੂੰ ਰਾਮ ਦਾ ਨਾਮ ਜਪ ਲੈਣ ਦੇ। ਪਿਛਲੇ ਕਰਮਾਂ ਵਿੱਚ ਜੋ ਹੋਇਆ ਉਹ ਆਪਣੇ ਆਪ ਭੋਗ ਲੈਣਾ, ਪਰ ਇਸ ਜਨਮ ਦੇ ਵਿੱਚ ਮੈਨੂੰ ਰਾਮ ਰਾਮ ਦਾ ਨਾਮ ਜਪ ਲੈਣ ਦੇ, ਜਿੰਨਾ ਮੈਂ ਜਪ ਸਕਦਾ, ਤਾਂ ਕਿ ਮੇਰਾ ਭਲਾ ਹੋ ਜਾਵੇ ਅਤੇ ਤੂੰ ਵੀ ਰਾਮ ਦੇ ਨਾਮ ਨੂੰ ਜਪਿਆ ਕਰ, ਤਾਂ ਕਿ ਤੇਰਾ ਵੀ ਭਲਾ ਹੋ ਜਾਵੇ। ਸੋ ਐਸੇ ਬਚਨ ਜਿਹੜੇ ਨੇ ਉਹ ਇੱਥੇ ਸਮਝਾਏ। ਭਗਤ ਤਰਲੋਚਨ ਜੀਆਂ ਨੇ ਆਪਣੀ ਘਰਵਾਲੀ ਨੂੰ ਸਮਝਾਇਆ, ਕਹਿਣ ਲੱਗੇ ਵੀ ਕਰਮਾਂ ਦਾ ਫਲ ਐਸਾ ਹੈ ਜਿਹੜਾ ਹਰੇਕ ਨੂੰ ਭੋਗਣਾ ਪੈਂਦਾ ਹੈ। ਕਿਸੇ ਵਿਦਵਾਨ ਨੇ ਲਿਖਿਆ, ਕਹਿਣ ਲੱਗੇ ਖਾਰਾ ਕੀਓ ਸਮੁੰਦਰ, ਆਪਣੇ ਇੱਕ ਕੰਮ ਦੇ ਕਰਕੇ ਸਮੁੰਦਰ ਕਹਿੰਦੇ ਖਾਰਾ ਹੋ ਗਿਆ, ਅੱਜ ਤੱਕ ਖਾਰਾ ਹੈ, ਮਿੱਠਾ ਨਹੀਂ ਹੈ। ਸ਼ਰਾਫ ਦੇ ਲਛਮਣ ਮਾਰਿਓ, ਇੱਕ ਵੇਰੇ ਨਾ ਭਗਵਾਨ ਰਾਮ ਜੀ ਦੇ ਮੂੰਹੋਂ ਹੀ ਨਿਕਲ ਗਿਆ ਸੀ, ਕਹਿਣ ਲੱਗੇ ਜਾ ਮਾਰੋ ਲਛਮਣਾ। ਕੋਈ ਗੱਲਬਾਤ ਹੋਈ ਤੇ ਉਸ ਗੱਲਬਾਤ ਵਿੱਚੋਂ ਮੂੰਹੋਂ ਨਿਕਲ ਗਿਆ, ਤੇ ਕਹਿਣ ਲੱਗੇ ਉਹ ਗੱਲਬਾਤ ਸੁਭਾਵਿਕ ਨਿਕਲੀ ਹੈ ਮੁੱਖੋਂ, ਪਰ ਉਹ ਬਚਨ ਪੂਰਾ ਹੋਣ ਵਾਸਤੇ ਲਛਮਣ ਨੂੰ ਜੰਗ ਦੇ ਵਿੱਚ ਮੂਰਛਿਤ ਹੋਣਾ ਪਿਆ, ਜਿਹਦੇ ਵਾਸਤੇ ਸੰਜੀਵਨੀ ਬੂਟੀ ਆਈ। ਪਰ ਉਹ ਸਾਰਾ ਕੁਝ ਕਿਵੇਂ ਹੋਇਆ? ਕਿਉਂਕਿ ਰਾਮ ਜੀ ਦੇ ਮੂੰਹੋਂ ਬਚਨ ਨਿਕਲ ਗਿਆ ਸੀ। ਇਹਦੀ ਸਾਖੀ ਹੈ ਬੜੀ ਲੰਮੀ, ਆਪਣੇ ਕੋਲ ਇਸ ਵੇਲੇ ਸਮਾਂ ਨਹੀਂ ਹੈ। ਸੋ ਇਹ ਤਾਂ ਕਹਿਣ ਲੱਗੇ ਵੀ ਇਹ ਲਛਮਣ ਜੀ ਉਸ ਵੇਲੇ ਮੂਰਛਿਤ ਹੋਏ ਸਨ। ਬਲ ਰਾਜਾ ਕੋ ਛਲਿਓ, ਬਲ ਨਾਮ ਦਾ ਰਾਜਾ ਹੋਇਆ, ਉਹ ਵੀ ਵਿਚਾਰਾ ਛਲਿਆ ਗਿਆ, ਆਪਣੇ ਕਰਮਾਂ ਕਰਕੇ ਉਹਨੂੰ ਵੀ ਫਲ ਮਿਲਿਆ ਹੈ। ਬਾਲੀ ਬਿਨ ਦੋਖ ਬਿਦਰਿਓ, ਬਾਲੀ ਵਰਗੇ ਇੱਥੇ ਵੱਡੇ ਵੱਡੇ ਰਾਜੇ ਜਿਹੜੇ ਅਗਲੇ ਦੀ ਸ਼ਕਤੀ ਖਿੱਚ ਲੈਂਦੇ ਸਨ, ਉਹ ਵੀ ਦੁਨੀਆ ਵਿੱਚ ਮਰ ਗਏ। ਹਰੀ ਚੰਦ ਜਲ ਭਰੇ, ਗੁਰਮੁਖੋ ਹਰੀ ਚੰਦ ਰਾਜਾ ਸੀ, ਪਰ ਇੱਕ ਸਮਾਂ ਆ ਗਿਆ ਹਰੀ ਚੰਦ ਨੂੰ ਲੋਕਾਂ ਦਾ ਪਾਣੀ ਭਰਨਾ ਪਿਆ, ਨੌਕਰ ਲੱਗਣਾ ਪਿਆ, ਲੋਕਾਂ ਦੇ ਘਰ ਵਿੱਚ ਪਾਣੀ ਢੋਂਦਾ ਪਿਆ। ਇਹ ਕਰਮਾਂ ਦੀ ਨਿਸ਼ਾਨੀ ਹੈ। ਤੇ ਕਹਿਣ ਲੱਗੇ ਭੂਪ ਨਾਲ ਬਿਪਤਾ ਪਰੀ, ਰਾਜੇ ਦੇ ਉੱਪਰ ਐਸੀ ਬਿਪਤਾ ਪਈ, ਪਾਣੀ ਭਰਦਾ ਪਿਆ, ਮੁਰਦਿਆਂ ਦੀਆਂ ਕਬਰਾਂ ਪੱਟਦਾ ਪਿਆ। ਵੇਖੋ ਰਾਜਾ ਹੋਵੇ ਤੇ ਨੌਕਰੀ ਇਹ ਮਿਲੇ ਵੀ ਤੂੰ ਮੁਰਦਾ ਦੱਬਣ ਦਾ ਕੰਮ ਕਰਨਾ, ਸਭ ਤੋਂ ਨਖਿੱਧ ਕੰਮ ਮਿਲਿਆ। ਇਹ ਕਰਮਾਂ ਦੀ ਦਾਤ ਉਸ ਨੂੰ ਮਿਲੀ ਹੈ। ਕਹਿਣ ਲੱਗੇ ਪਾਂਡਵ ਸੁਤ ਪਰਦੇਸ, ਕਦੇ ਆਖਿਆ ਜਾਂਦਾ ਸੀ ਪਾਂਡਵ ਬੜੇ ਬਲੀ ਨੇ, ਉਹਨਾਂ ਦਾ ਸਾਹਮਣਾ ਕੋਈ ਨਹੀਂ ਕਰ ਸਕਦਾ, ਪਰ ਇੱਕ ਸਮਾਂ ਇਹੋ ਜਿਹਾ ਆ ਗਿਆ, 12 ਸਾਲ ਦਾ ਦੇਸ਼ ਨਿਕਾਲਾ ਤੇ ਪਾਂਡਵਾਂ ਨੂੰ ਵੀ ਮਿਲਿਆ। ਇਕੱਲਾ ਦੇਸ਼ ਨਿਕਾਲਾ ਨਹੀਂ ਮਿਲਿਆ, ਲੋਕਾਂ ਦੇ ਘਰਾਂ ਵਿੱਚ ਜਾ ਕੇ ਕੰਮ ਕਰਨਾ ਪਿਆ, ਨੌਕਰ ਲੱਗਣਾ ਪਿਆ। ਇਹ ਕਰਮਾਂ ਦੀ ਦਾਤ ਹੈ। ਐਡੇ ਐਡੇ ਵੱਡੇ ਸੂਰਮੇ ਨੌਕਰ ਬਣ ਕੇ ਆਪਣਾ ਕਰਮ ਭੋਗਦੇ ਪਏ। ਕਾਲ ਪ੍ਰੀਸ਼ਤ ਕੋ ਬਲੀ, ਇੱਕ ਪ੍ਰੀਸ਼ਤ ਨਾਮ ਦਾ ਰਾਜਾ ਹੋਇਆ, ਬੜਾ ਵੱਡਾ ਸੀ, ਪਰ ਕਹਿਣ ਲੱਗੇ ਇੱਕ ਸਮਾਂ ਆਇਆ ਵੀ ਪ੍ਰੀਸ਼ਤ ਨੂੰ ਵੀ ਕਾਲ ਨੇ ਖਾ ਲਿਆ, ਸੱਪ ਨੇ ਆ ਕੇ ਡੰਗ ਮਾਰਿਆ ਤੇ ਉਹ ਮਰ ਗਿਆ। ਸਾਲਗ੍ਰਾਮ ਸਿਲਾ ਭਇਓ, ਕਹਿਣ ਲੱਗੇ ਸਮਾਂ ਇਹੋ ਜਿਹਾ ਆ ਗਿਆ, ਭਗਵਾਨ ਵਿਸ਼ਨੂੰ ਵਰਗਿਆਂ ਨੂੰ ਵੀ ਸ਼ਰਾਪ ਮਿਲ ਗਏ, ਉਹ ਪੱਥਰ ਬਣ ਕੇ ਗੰਡਕਾ ਨਦੀ ਵਿੱਚ ਪਏ ਹੋਏ। ਐਸੇ ਬਚਨ ਜਿਹੜੇ ਨੇ ਉਹ ਲਿਖੇ ਨੇ ਵਿਦਵਾਨਾਂ ਨੇ, ਜਗਤ ਕੀਏ ਨਾਹਨ ਮਿਟੈ ਕਰਮ ਰੇਖ ਸਭ ਤੇ ਬਲੀ। ਇਸ ਦੁਨੀਆ ਵਿੱਚ ਕੀਤਾ ਹੋਇਆ ਕਰਮ ਕਦੇ ਨਹੀਂ ਮਿਟਦਾ, ਕਰਮ ਸਭ ਤੋਂ ਵੱਡਾ, ਬਾਕੀ ਸਾਰੇ ਉਸ ਤੋਂ ਛੋਟੇ ਨੇ। ਭਾਵੇਂ ਕੋਈ ਦੇਵੀ ਹੈ, ਭਾਵੇਂ ਕੋਈ ਦੇਵਤਾ, ਭਾਵੇਂ ਕੋਈ ਪੈਗੰਬਰ ਹੈ, ਭਾਵੇਂ ਕੋਈ ਰਿਸ਼ੀ ਹੈ, ਮੁਨੀ ਹੈ, ਸਾਧੂ ਹੈ, ਸੰਤ ਹੈ, ਕੋਈ ਵੀ ਸਰੀਰ ਹੈ, ਕੀਤਾ ਹੋਇਆ ਕਰਮ ਹਰੇਕ ਨੂੰ ਭੋਗਣਾ ਪੈਂਦਾ ਹੈ। ਇੱਥੇ ਬਚਨ ਆ ਗਿਆ, ਕਹਿਣ ਲੱਗੇ ਇਸ ਕਰਕੇ ਮੈਨੂੰ ਰਾਮ ਦਾ ਨਾਮ ਜਪ ਲੈਣ ਦੇ, ਕਿਉਂਕਿ ਇਹਦੇ ਵਿੱਚ ਸਾਰੇ ਫਲ ਮਿਲਦੇ ਹਨ। ਭਗਤ ਤਰਲੋਚਨ ਰਾਮ ਜੀ, ਭਗਤ ਤਰਲੋਚਨ ਜੀ ਬਦਤ ਕਹੀਏ ਉਚਾਰਦੇ ਨੇ ਕਿ ਸਾਰੇ ਜਾਣੇ ਰਾਮ ਦੇ ਨਾਮ ਨੂੰ ਉਚਾਰੋ, ਸਾਰੇ ਜਾਣੇ ਵਾਹਿਗੁਰੂ ਮੰਤਰ ਨੂੰ ਕਹੋ। ਮੈਂ ਵੀ ਵਾਹਿਗੁਰੂ ਮੰਤਰ ਜਪਦਾ, ਤੁਸੀਂ ਵੀ ਵਾਹਿਗੁਰੂ ਮੰਤਰ ਜਪੋ। ਬਦਤ ਤਰਲੋਚਨ ਰਾਮ ਜੀ, ਭਗਤ ਤਰਲੋਚਨ ਜੀ ਦਾ ਸ਼ਬਦ ਇੱਥੇ ਸੰਪੂਰਨ ਹੋਇਆ। ਭਗਤ ਤਰਲੋਚਨ ਜੀ ਕਹਿਣ ਲੱਗੇ ਮੈਂ ਤੇ ਰਾਮ ਰਾਮ ਜਪਣ ਲੱਗਾ, ਵਾਹਿਗੁਰੂ ਵਾਹਿਗੁਰੂ, ਖੁਦਾ ਖੁਦਾ, ਅੱਲਾ ਅੱਲਾ ਕਹਿਣ ਲੱਗਾ ਹਾਂ। ਤੁਸੀਂ ਵੀ ਉਹਦੇ ਨਾਮ ਨੂੰ ਜਪ ਕੇ ਸਫਲੇ ਹੋ ਜਾਓ, ਨਹੀਂ ਤੇ ਕੀਤੇ ਹੋਏ ਕਰਮਾਂ ਦਾ ਫਲ ਭੋਗਣਾ ਪੈਣਾ ਹੈ।
ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਗੁਰੂ ਕਾ ਹਿਰਦੇ ਵਸੇ, ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਪੂਰਬ ਲੋ ਕ੍ਰਿਤ ਕਰਮ ਨਾ ਮਿਟੇਰੀ ਘਰ ਗਹਿਨ, ਤਾਂ ਚੇ ਮੋਹੇ ਜਾਪੀ ਲੈ ਰਾਮ ਚੇ ਨਾਮੰ, ਬਦਤ ਤਰਲੋਚਨ ਰਾਮ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ